7 ਸਟਾਰ ਰੀਅਲ ਸਟੇਟ ਟੀਮ ਤੁਹਾਡੀ ਖidmat 'ਚ ਹਾਜ਼ਰ ਹੋਏਗੀ। ਕਿਸੇ ਵੀ ਸਮੇਂ ਸਰੀ, ਐਬਸਫੋਰਡ, ਚਿਲਾਵੈਕ, ਮਿਸ਼ਨ, ਲੈਂਗਲੀ, ਡੈਲਟਾ ਜਾਂ ਲੋਅਰ ਮੇਨਲੈਂਡ ਸਮੇਤ ਕਿਧਰੇ ਵੀ ਕੁਝ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਹਮੇਸ਼ਾ ਯਾਦ ਰੱਖੋ ਗੁਰਵਿੰਦਰ ਸਿੰਘ, ਪਲੈਨਟ ਗਰੁੱਪ ਰਿਐਲਿਟੀ। ਫੋਨ ਨੰਬਰ 6048251550 604 825 1550। ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਗਦਰ ਲਹਿਰ ਇੱਕ ਐਸੀ ਲਹਿਰ ਜਿਸ ਲਹਿਰ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕੈਨੇਡਾ ਜਾਂ ਉੱਤਰੀ ਅਮਰੀਕਾ 'ਚ ਹੀ ਨਹੀਂ ਬਲਕਿ ਸੰਸਾਰ ਪੱਧਰ 'ਤੇ ਜਿਸ ਦੀ ਇੱਕ ਖਾਸ ਪਛਾਣ ਹੈ, ਦੇਣ ਹੈ। ਗਦਰ ਲਹਿਰ ਦੇ ਯੋਧਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਮੁੱਲਾ ਰੋਲ ਨਿਭਾਇਆ। ਗਦਰ ਲਹਿਰ ਦੇ ਮਹਾਨ ਸ਼ਹੀਦਾਂ ਯੋਧਿਆਂ ਨੂੰ ਲੈ ਕੇ ਜਦੋਂ ਅਸੀਂ ਉਹਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਿਨਾਂ ਦੀ ਗੱਲ ਸਾਹਮਣੇ ਆਉਂਦੀ ਹੈ ਜਿਨ੍ਹਾਂ ਦਿਨਾਂ 'ਚ ਗਦਰ ਦਾ ਇਹ ਸਥਾਪਨ ਦਿਵਸ ਆਉਂਦਾ ਹੈ, ਭਾਵ 1 ਨਵੰਬਰ 1913 ਨੂੰ ਗਦਰ ਅਖਬਾਰ ਪ੍ਰਕਾਸ਼ਿਤ ਹੋਇਆ ਸੀ। 1 ਨਵੰਬਰ 1913 ਨੂੰ ਗਦਰ ਦੀ ਸ਼ਤਾਬਦੀ ਵਜੋਂ ਵੀ, ਦਿਹਾੜੇ ਵਜੋਂ ਵੀ ਮਨਾਇਆ ਜਾਂਦਾ ਹੈ, ਗਦਰ ਦੇ ਵਰ੍ਹੇਗੰਢ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਜਦੋਂ ਵੀ ਅਸੀਂ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਬੈਠੇ ਯਾਦ ਕਰਦੇ ਹਾਂ ਤਾਂ ਮਨੁੱਖੀ ਆਜ਼ਾਦੀ ਲਈ ਬਸਤੀਵਾਦ ਦੇ ਖਿਲਾਫ ਜਾਂ ਨਸਲਵਾਦ ਦੇ ਖਿਲਾਫ ਦਿਨ ਦੇ ਵਜੋਂ ਮਨਾਉਂਦੇ ਹਾਂ। ਅੱਜ ਇਸ ਵਿਸ਼ੇ 'ਤੇ ਗੱਲਬਾਤ ਹੋਏਗੀ ਕਿ ਗਦਰ ਦੇ ਯੋਧਿਆਂ ਦਾ ਅੱਜ ਦੇ ਸਮੇਂ 'ਚ ਜੋ ਪ੍ਰਸੰਗਿਕ ਰੋਲ ਹੈ ਕੀ ਹੈ ਅਤੇ ਅੱਜ ਅਸੀਂ ਉਸ ਤੋਂ ਕਿਵੇਂ ਸੇਧ ਲੈ ਸਕਦੇ ਹਾਂ। ਅੱਜ ਵੀ ਫਾਸ਼ੀਵਾਦ ਦਾ ਬੋਲਬਾਲਾ ਹੈ, ਅੱਜ ਵੀ ਨਸਲਵਾਦ ਨਵੇਂ ਰੂਪ ਦੇ ਵਿੱਚ ਭਾਰੂ ਹੈ, ਅੱਜ ਵੀ ਬਸਤੀਵਾਦ ਦੀ ਸੋਚ ਮਰੀ ਨਹੀਂ ਬਲਕਿ ਦਿਨੋਂ ਦਿਨ ਪਨਪ ਰਹੀ ਹੈ। ਇਸ ਗੱਲਬਾਤ ਲਈ ਸਾਡੇ ਮਹਿਮਾਨ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ। ਜੀ ਆਇਆਂ ਨੂੰ, ਸਵਾਗਤ ਹੈ ਗੁਰਪ੍ਰੀਤ ਸਿੰਘ ਜੀ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ। ਗਦਰ ਦੀ ਜਿਹੜੀ ਵਰ੍ਹੇਗੰਢ ਦੇ ਉੱਤੇ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਗੱਲਬਾਤ ਕਰਨ ਲਈ, ਮੈਂ ਤੁਹਾਡਾ ਬਹੁਤ ऋणी ਹਾਂ, ਧੰਨਵਾਦੀ ਹਾਂ। ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ, ਗਦਰ ਦੇ ਇਤਿਹਾਸਕ ਸੰਦਰਭ ਦੀ ਗੱਲ ਕਰਨ ਤੋਂ ਪਹਿਲਾਂ ਇਸ ਦੀ ਪਿਛੋਕੜ ਬਾਰੇ, ਪਿੱਠ ਭੂਮੀ ਬਾਰੇ ਇਸ ਥੋੜ੍ਹੀ ਜਿਹੀ ਗੱਲ ਕਰੀਏ ਕਿ ਕਿਵੇਂ ਗਦਰੀ ਯੋਧੇ ਕੈਨੇਡਾ, ਅਮਰੀਕਾ ਦੇ ਵਿੱਚ ਆਏ ਅਤੇ ਕਿਸ ਤਰੀਕੇ ਨਾਲ ਆ ਕੇ ਇੱਥੇ ਆਪਣਾ ਅਖਬਾਰ ਸ਼ੁਰੂ ਕੀਤਾ ਜਾਂ ਇੱਥੇ ਸਟਰਗਲ ਕੀਤਾ, ਉਹਨਾਂ ਦੀ ਜਿਹੜੀ ਪ੍ਰੇਰਨਾ ਕਿਵੇਂ ਉਹਨਾਂ ਦੇ ਨਾਲ ਤੁਰਦੀ ਰਹੀ, ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰੋ। ਬਿਲਕੁਲ। ਸੋ ਗੁਰਵਿੰਦਰ ਸਿੰਘ ਜੀ, ਇਸ ਤਰ੍ਹਾਂ ਕਿ ਜਦੋਂ ਭਾਰਤ ਬਰਤਾਨਵੀਆਂ ਦੇ ਅਧੀਨ ਸੀ ਜੀ, ਉਸ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਪੰਜਾਬ ਤੋਂ ਅਤੇ ਦੂਸਰੇ ਹਿੰਦੁਸਤਾਨ ਦੇ ਹੋਰਨਾਂ ਹਿੱਸਿਆਂ ਤੋਂ ਅਨੇਕਾਂ ਹੀ ਲੋਕ ਸੀ ਜਿਹੜੇ ਵਿਦੇਸ਼ਾਂ ਵੱਲ ਆਏ ਜੀ। ਖਾਸ ਤੌਰ 'ਤੇ ਉਹਨਾਂ ਦਾ ਆਉਣ ਦਾ ਕਾਰਨ ਤਾਂ ਇਹੀ ਸੀਗਾ ਕਿ ਇੱਥੇ ਆ ਕੇ ਜ਼ਿੰਦਗੀ ਆਪਣੀ ਥੋੜ੍ਹੀ ਸੁਧਾਰ ਲਈਏ, ਥੋੜ੍ਹੀ ਆਮਦਨ ਦੇ ਸਾਧਨ ਜੁਟਾ ਲਈਏ, ਕਿਉਂਕਿ ਜਿਹੜਾ ਖਾਸ ਤੌਰ 'ਤੇ ਪੰਜਾਬ ਤੋਂ ਕਿਰਸਾਨੀ ਵਰਗ ਨਾਲ ਜੁੜੇ ਲੋਕ ਬਹੁਤੇ ਆਏ ਬਾਹਰ। ਕਿਰਸਾਨੀ ਇੰਨੀ ਲਾਹੇਵੰਦ ਨਹੀਂ ਸੀ, ਸਰਕਾਰ ਦੀਆਂ ਨੀਤੀਆਂ ਇਸ ਕਿਸਮ ਦੀਆਂ ਸੀਗੀਆਂ। ਕੁਛ ਲੋਕਾਂ ਨੇ ਬਰਤਾਨਵੀ ਹੁਕੂਮਤ ਲਈ ਸੇਵਾ ਵੀ ਕੀਤੀ ਹੋਈ ਸੀ, ਸੋ ਜਿਹੜੇ ਫੌਜ ਵਿੱਚ ਸੀ ਉਹ ਗਾਇਬ ਤੁਰ ਫਿਰ ਕੇ ਗਏ ਸੀ ਇਸ ਇਲਾਕੇ ਤੋਂ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਥਾਂ ਜਿਹੜੀ ਹੈ ਸਾਨੂੰ ਧੂਪ ਆਉਂਦੀ ਹੈ, ਉੱਥੇ ਚਲੀਏ, ਉੱਥੇ ਜਾ ਕੇ ਆਪਾਂ ਮਿਹਨਤ ਮੁਸ਼ੱਕਤ ਕਰਕੇ ਆਪਣੀ ਥਾਂ ਬਣਾਵਾਂਗੇ। ਸੋ ਸਿੱਖ ਭਾਈਚਾਰੇ ਦੇ ਲੋਕ ਤਾਂ ਵੈਸੇ ਲਗਾਤਾਰ ਇਸ ਕੜੀ ਦੇ ਵਿੱਚ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਸੀਗੇ। ਸੋ ਜਦੋਂ ਉਹ ਆਉਣੇ ਸ਼ੁਰੂ ਹੋਏ ਤਾਂ ਹੌਲੀ ਹੌਲੀ ਉਹਨਾਂ ਵਿੱਚੋਂ ਆ ਕੇ ਉਹਨਾਂ ਨੇ ਨਸਲਵਾਦ ਵੀ ਹੰਢਾਇਆ ਔਰ ਉਸ ਵੇਲੇ ਬਾਕਾਇਦਾ ਨੀਤੀਆਂ ਇਸ ਕਿਸਮ ਦੀਆਂ ਅਪਣਾਈਆਂ ਗਈਆਂ ਕਿ ਕਿਵੇਂ ਨਾ ਕਿਵੇਂ ਜਿਹੜਾ ਹਿੰਦੁਸਤਾਨੀਆਂ ਦਾ ਦਾਖਲਾ ਰੋਕਿਆ ਜਾਵੇ। ਖਾਸ ਤੌਰ 'ਤੇ ਕੈਨੇਡਾ 'ਚ ਤਾਂ ਸ਼ਰੇਆਮ ਧੱਕਾ ਹੋ ਰਿਹਾ ਸੀ, ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ, ਟੱਬਰ ਲਿਆਉਣ ਦੀ ਆਗਿਆ ਨਹੀਂ ਸੀ, ਵੋਟ ਪਾਉਣ ਦਾ ਹੱਕ ਖੋਲਿਆ ਗਿਆ, ਬੜਾ ਕੁਛ ਸੀਗਾ। ਪਰ ਸਰਹੱਦ ਪਾਰ ਅਮਰੀਕਾ ਵਿੱਚ ਥੋੜ੍ਹੇ ਜਿਹੇ ਹਾਲਾਤ ਜਿਹੜੇ ਸੁਖਾਵੇਂ ਸੀਗੇ, ਮਤਲਬ ਇਹ ਨਹੀਂ ਸੀ ਕਹਿ ਸਕਦੇ ਕਿ ਬਿਲਕੁਲ ਸੁਖਾਵੇਂ ਸੀ, ਨਸਲਵਾਦ ਉੱਥੇ ਵੀ ਸੀ। ਜਿਵੇਂ ਕਿ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਬੈਲਿੰਗਹੈਮ 'ਚ ਦੰਗੇ ਹੋਏ, ਜਿਹਦੇ ਕਰਕੇ 1907 ਵਿੱਚ ਲੋਕ ਇੱਥੇ ਆਏ ਅਤੇ ਇੱਥੇ ਵੀ ਦੰਗੇ ਹੋਏ। ਸੋ ਪੂਰਾ ਇੱਕ ਕੜੀ ਸੀ ਆ ਵਾਲੀ। ਉਸ ਦੌਰ ਦੇ ਵਿੱਚ ਜਿਹੜੇ ਥੋੜ੍ਹੀ ਸੂਝ ਰੱਖਣ ਵਾਲੇ ਲੋਕ ਸੀਗੇ, ਜਿਨ੍ਹਾਂ ਨੂੰ ਸੋਝੀ ਸੀ ਪਹਿਲਾਂ ਹੀ, ਜਿਨ੍ਹਾਂ ਨੇ ਕਿਸੇ ਵੇਲੇ ਪੰਜਾਬ ਦੇ ਵਿੱਚ ਕਿਰਸਾਨੀ ਲਹਿਰ 'ਚ ਯੋਗਦਾਨ ਪਾਇਆ ਹੋਇਆ ਸੀ, ਹਿੱਸਾ ਲਿਆ ਸੀ, ਜਾਂ ਜਿਹੜੇ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਸੀ, ਉਹ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਵੇਖਿਆ ਕਿ ਲੋਕ ਨਸਲਵਾਦ ਤੋਂ ਪਰੇਸ਼ਾਨ ਨੇ। ਉਹਨਾਂ ਨੇ ਆ ਕੇ ਆਪਣੇ ਵੱਲੋਂ ਉਹਨਾਂ ਨੂੰ ਇਸ ਗੱਲ ਲਈ ਕੀਲ ਲਿਆ ਕਿ ਸਾਡੇ ਦੁੱਖਾਂ ਦੀ ਜੜ ਹੈ ਗੁਲਾਮੀ, ਸਾਨੂੰ ਗੁਲਾਮੀ ਦੇ ਖਿਲਾਫ ਲੜਨਾ ਚਾਹੀਦਾ। ਨਾਲ ਦੀ ਨਾਲ ਇਹਨਾਂ ਮੁਲਕਾਂ 'ਚ ਵੀ ਬਰਾਬਰ ਹੱਕ ਲੈਣੇ ਚਾਹੀਦੇ, ਨਸਲਵਾਦ ਦੇ ਖਿਲਾਫ ਵੀ ਲੜਨਾ ਚਾਹੀਦਾ। ਸੋ ਕਰਦਿਆਂ ਗਦਰ ਪਾਰਟੀ ਦੇ ਸੋਚ ਦੇ ਲਈ ਇੱਕ ਜ਼ਮੀਨ ਤਿਆਰ ਹੋਈ। ਪਹਿਲਾਂ ਜਿਹੜਾ ਇਹ ਗਰੁੱਪ ਬਣਿਆ ਉਸ ਦਾ ਨਾਂ ਸੀ ਹਿੰਦੀ ਪੈਸੀਫਿਕ ਐਸੋਸੀਏਸ਼ਨ, ਯਾਨੀ ਕਿ ਪੱਛਮੀ ਤੱਟ ਇਲਾਕੇ ਦੇ ਵਿੱਚ ਜਿਹੜੇ ਲੋਕ ਸੀਗੇ ਉਹਨੂੰ ਸੂਤਰਬੱਧ ਕੀਤਾ ਗਿਆ, ਚਾਹੇ ਉਹ ਵੈਨਕੂਵਰ ਦੇ ਸੀ, ਅਸਟੋਰੀਆ ਦੇ ਸੀ, ਕੈਲੀਫੋਰਨੀਆ ਸੀਗੇ। ਅਸਟੋਰੀਆ ਜਿਹੜਾ ਕਿ ਇੱਕ ਔਰੇਗਨ ਸੂਬੇ 'ਚ ਥਾਂ ਹੈ, ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਇੱਕ ਵੱਡਾ ਸਾਰਾ ਪੱਥਰ ਵੀ ਲਾਇਆ ਗਿਆ ਜਿੱਥੇ ਉਹਦੀ ਸਥਾਪਨਾ ਹੋਈ ਗਦਰ ਪਾਰਟੀ ਦੀ। ਸੋ ਉੱਥੇ ਉਹ ਪੱਥਰ ਲਾ ਕੇ ਨਿਸ਼ਾਨਦੇਹੀ ਕੀਤੀ ਗਈ ਹੈ। ਉਹ ਵੀ ਜਿਹੜੇ ਸੋਸ਼ਲਿਸਟ ਵਿਚਾਰਾਂ ਨੂੰ ਪਰਨਾਏ ਹੋਏ ਲੋਕ ਸੀ ਉਹਨਾਂ ਨਾਲ ਮਿਲ ਬਹਿ ਕੇ ਉਹਨਾਂ ਨੇ ਇੱਕ ਰਾਹ ਕੱਢਿਆ ਕਿ ਕਿਵੇਂ ਕੋਈ ਸੂਤਰਬੱਧ ਹੋ ਕੇ
ਇੱਕ ਜਥੇਬੰਦੀ ਤਿਆਰ ਕੀਤੀ ਜਾਵੇ। ਜੀ। ਜਦੋਂ ਹੋਇਆ ਇਦਾਂ ਕਿ 1 ਨਵੰਬਰ 1913 ਨੂੰ ਗਦਰ ਅਖਬਾਰ ਸ਼ੁਰੂ ਹੁੰਦਾ, ਉਸ ਤੋਂ ਬਾਅਦ ਪਾਰਟੀ ਦਾ ਨਾਂ ਹੀ ਗਦਰ ਪਾਰਟੀ ਪੈ ਗਿਆ। ਆਫੀਸ਼ੀਅਲੀ ਪਾਰਟੀ ਦਾ ਨਾਂ ਗਦਰ ਪਾਰਟੀ ਨਹੀਂ ਸੀਗਾ, ਉਹ ਲਲਕਾਰ ਸੀ ਇੱਕ ਤਰੀਕੇ ਦੀ। ਗਦਰ ਇੱਕ ਤਰੀਕੇ ਨਾਲ ਲਲਕਾਰ ਸੀ ਬਰਤਾਨਵੀ ਹੁਕੂਮਤ ਨੂੰ ਸਿੱਧੇ ਤੌਰ ਤੇ। ਉਸ ਵਿੱਚ ਕਿਧਰੇ ਨਾ ਕਿਧਰੇ 1857 ਦੇ ਗਦਰ ਦੇ ਦੁਹਰਾਓ ਦੀ ਗੱਲ ਵੀ ਸੀਗੀ। ਉਸ ਤੋਂ ਸੇਧ ਲੈ ਕੇ ਉਹਨਾਂ ਨੇ ਗਦਰ ਨਾਂ ਰੱਖਿਆ ਅਖਬਾਰ ਦਾ, ਮਤਲਬ ਬਰਤਾਨਵੀਆਂ ਨੂੰ ਚੜਾਉਣ ਲਈ, ਦੱਸਣ ਲਈ ਕਿ ਅਸੀਂ ਸਾਡੀਆਂ ਜ਼ਮੀਰਾਂ ਜਾਗਦੀਆਂ ਨੇ, ਅਸੀਂ ਲੜਾਂਗੇ। ਹਥਿਆਰਬੰਦ ਲੜਾਈ 'ਚ ਉਹਨਾਂ ਦਾ ਯਕੀਨ ਸੀਗਾ, ਬਰਾਬਰਤਾ ਵਾਲਾ ਸਮਾਜ ਸੱਜਣਾ ਚਾਹੁੰਦੇ ਸੀਗੇ। ਸੋ ਗਦਰ ਅਖਬਾਰ ਸ਼ੁਰੂ ਹੋ ਗਿਆ। ਗਦਰ ਅਖਬਾਰ ਜਦੋਂ ਸ਼ੁਰੂ ਹੁੰਦਾ ਤਾਂ ਗਦਰ ਪਾਰਟੀ ਦੀ ਪਛਾਣ ਉਸ ਦੇ ਨਾਲ ਬਣ ਜਾਂਦੀ ਹੈ। ਉਸ ਵਿੱਚ ਜਿਹੜਾ ਵਿਸ਼ਾ ਵਸਤੂ ਸੀ ਉਹ ਬੜਾ ਕਮਾਲ ਦਾ ਸੀ, ਝੰਜੋੜ ਦੇਣ ਵਾਲਾ ਵਿਸ਼ਾ ਵਸਤੂ ਸੀ। ਕਵਿਤਾਵਾਂ ਬੜੀਆਂ ਕਮਾਲ ਦੀਆਂ ਸੀਗੀਆਂ। ਕਰਤਾਰ ਸਿੰਘ ਸਰਾਭਾ ਉਸ ਦੇ ਇੱਕ ਮੋਰਲੀ ਕਤਾਰ ਵਿੱਚ ਸੀਗੇ, ਜਿਨ੍ਹਾਂ ਨੇ ਸੰਪਾਦਨਾ ਵੀ ਕੀਤੀ ਹੈ, ਤੇ ਨਾਲ ਦੀ ਨਾਲ ਉਹ ਵੀ ਕਿਰਸਾਨੀ ਲਹਿਰ ਤੋਂ ਪ੍ਰਭਾਵਿਤ ਸੀ। ਸੋ ਪੰਜਾਬ ਤੋਂ ਇਹ ਸੋਝੀ ਲੈ ਕੇ ਆਏ ਸੀ। ਜਿਨ੍ਹਾਂ ਲੋਕਾਂ ਨੂੰ ਸੋਝੀ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਇਸ ਲੜਾਈ ਵਿੱਚ ਸ਼ਾਮਲ ਕੀਤਾ ਕਿ ਨਸਲਵਾਦ ਦੇ ਖਿਲਾਫ ਜੇ ਲੜਾਈ ਲੜਨੀ ਹੈ ਤਾਂ ਸਾਨੂੰ ਵੱਡੀ ਲੜਾਈ ਵੀ ਨਾਲ ਨਾਲ ਲੜਨੀ ਪਏਗੀ। ਸੋ ਇਸ ਤਰ੍ਹਾਂ ਗਦਰ ਪਾਰਟੀ ਦਾ ਜਿਹੜਾ ਹੈ ਉਸ ਦੀ ਜਿਹੜੀ ਇਤਿਹਾਸ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਇਆ। ਦੇਖੋ, ਜਿਹੜੇ ਇਹ ਯੋਧੇ ਆਏ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਏ, ਇਹਨਾਂ ਦਾ ਆਉਣ ਦਾ ਜਿਹੜਾ ਪਹਿਲਾ ਮਕਸਦ ਸੀ, ਬੇਸ਼ੱਕ ਉਸ ਦੇ ਵਿੱਚ ਕੁਝ ਵੀ ਕਾਰਨ ਸੀ, ਚਾਹੇ ਉਹਦੇ ਆਰਥਿਕ ਕਾਰਨ ਸਨ ਜਾਂ ਜਿਸ ਤਰ੍ਹਾਂ ਵੀ ਹੈ, ਪਰ ਆ ਕੇ ਜੋ ਉਹਨਾਂ ਨੇ ਕੀਤਾ ਉਹ ਇੱਕ ਦੇਖਣ ਵਾਲੀ ਗੱਲ ਹੈ। ਸਾਰਿਆਂ ਤੋਂ ਵੱਡੀ ਗੱਲ ਹੈ ਕਿ ਇੱਥੇ ਆਉਣ ਤੋਂ ਮਗਰੋਂ ਉਹਨਾਂ ਨੇ ਇੱਥੋਂ ਵੀ ਇੱਕ ਲਹਿਰ ਐਸੀ ਤੇਜ਼ ਤਰਾਰ ਤੇ ਏਡੀ ਇਨਕਲਾਬੀ ਸੋਚ ਵਾਲੀ ਪੈਦਾ ਕੀਤੀ ਜਿਹਨੇ ਉੱਥੇ ਵੀ ਹਲੂਣਿਆ। ਉੱਥੇ ਟੋਡੀਆਂ ਨੂੰ, ਉੱਥੇ ਸਰਕਾਰ ਪ੍ਰਸਤਾਂ ਨੂੰ, ਉੱਥੇ ਜਿਹੜੇ ਸਰਬਰਾਹ ਸਨ ਜਾਂ ਹਕੂਮਤ ਦੇ ਨਾਲ ਚੱਲਣ ਵਾਲੇ ਸਨ। ਪਰ ਜਦੋਂ ਗਦਰ ਅਖਬਾਰ ਸ਼ੁਰੂ ਹੁੰਦਾ ਹੈ, ਉਹ ਸ਼ੁਰੂ ਕਰਨ ਦੇ ਵਿੱਚ ਜਿਹੜੀ ਭੂਮਿਕਾ ਨਿਭਾਈ ਗਈ, ਕਈ ਵਿਅਕਤੀਆਂ ਦੇ ਨਾਮ ਆਮ ਜ਼ਿਕਰ ਦੇ ਵਿੱਚ ਨਹੀਂ ਆਉਂਦੇ, ਜਿਨ੍ਹਾਂ 'ਚ ਬਾਬਾ ਵਿਸਾਖਾ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਜਾਂ ਉਹ ਲੋਕ ਜਿਹੜੇ ਇੱਥੇ ਆਰਥਿਕ ਤੌਰ 'ਤੇ ਸੰਪੰਨ ਸਨ। ਉਹਨਾਂ ਨੇ ਜਿਸ ਤਰ੍ਹਾਂ ਬਾਂਹ ਫੜੀ, ਜੋ ਸਹਿਯੋਗ ਦਿੱਤਾ, ਤੇ ਸਭ ਤੋਂ ਵੱਡੀ ਗੱਲ ਕਿ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦਾ ਸਥਾਪਨ ਹੋਣਾ, ਜਿਸ ਨੂੰ ਪ੍ਰਿੰਸੀਪਲ ਸੰਤ ਤੇਜਾ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਜਿਸ ਦਾ ਕਨਸਟੀਟਿਊਸ਼ਨ ਲਿਖਿਆ, ਨੀਂਹ ਪੱਥਰ ਰੱਖਿਆ, ਉਹ ਵੀ ਇਤਿਹਾਸਕ ਸੰਦਰਭ ਨੂੰ ਅਸੀਂ ਅੱਖੋਂ ਪਰੋਖ ਨਹੀਂ ਕਰ ਸਕਦੇ। ਬਿਲਕੁਲ ਨਹੀਂ ਕਰ ਸਕਦੇ, ਉਹ ਕਰਨਾ ਚਾਹੀਦਾ ਵੀ ਨਹੀਂ। ਜਿਹੜੇ ਇਸ ਨੂੰ ਕਰਦੇ ਨੇ ਉਹ ਇਤਿਹਾਸ ਦਾ ਧਰੋਹ ਕਰ ਰਹੇ। ਮੈਨੂੰ ਸਟਾਕਟਨ ਦੇ ਉਸ ਇਤਿਹਾਸਿਕ ਗੁਰੂ ਘਰ ਜਾਣ ਦਾ ਵੀ ਮੌਕਾ ਮਿਲਿਆ। ਇੱਕ ਚੰਗੀ ਗੱਲ ਇਹ ਹੋਈ ਹੈ ਕਿ ਜਿਹੜੀ ਮਸ਼ੀਨ ਦੇ ਰਾਹੀਂ ਗਦਰ ਅਖਬਾਰ ਛਾਪਿਆ ਜਾਂਦਾ ਸੀ, ਉਹ ਮਸ਼ੀਨ ਅੱਜ ਕੱਲ੍ਹ ਉਸ ਗੁਰੂ ਘਰ ਵਿੱਚ ਸੁਸ਼ੋਭਿਤ ਆ। ਮੈਂ ਮਸ਼ੀਨ ਵੀ ਵੇਖੀ ਆ, ਤਸਵੀਰਾਂ ਵੀ ਖਿੱਚੀਆਂ ਉਸ ਦੀਆਂ, ਔਰ ਉਹ ਗੁਰਦੁਆਰਾ ਜਿਹੜਾ ਇਤਿਹਾਸਕ ਹੈ ਉਸ ਦੀ ਆਪਣੀ ਜਿਹੜੀ ਹੈ ਇੱਕ ਖਾਸ ਉਸ ਦੀ ਪ੍ਰਸੰਗਤਾ। ਤੁਸੀਂ ਬਿਲਕੁਲ ਜਿਹੜੇ ਵਧੀਆ ਦੋ ਨਾਂ ਲਏ ਆ, ਸੰਤ ਵਿਸਾਖਾ ਸਿੰਘ ਦੀ ਗੱਲ ਕਰ ਲਈਏ, ਜਵਾਲਾ ਸਿੰਘ ਠੱਠੀਆਂ ਦੀ ਗੱਲ ਕਰ ਲਈਏ, ਜਿਹੜੇ ਇਹਨਾਂ ਨੇ ਆਲੂ ਦੇ ਬਾਗ ਉੱਥੇ ਲਾਏ ਸੀ। ਉਸ ਤੋਂ ਬਾਅਦ ਜਿਹੜੇ ਸਟੂਡੈਂਟ ਆਉਂਦੇ ਸੀ ਉਹਨਾਂ ਦੀ ਬਾਂਹ ਫੜਦੇ ਸੀ, ਵਜ਼ੀਫੇ ਲਾਏ, ਉਹਨਾਂ ਨੂੰ ਕਿਹਾ ਕਿ ਮਿਹਨਤ ਮੁਸ਼ੱਕਤ ਵੀ ਕਰੋ, ਤੇ ਜਦੋਂ ਤੁਹਾਡੇ ਆਪਣੇ ਜੋਗੇ ਹੋ ਗਏ ਤੁਸੀਂ ਬਾਹਰ ਜਾ ਕੇ ਜਿੱਥੇ ਮਰਜ਼ੀ ਰਹਿ ਸਕਦੇ ਹੋ। ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ ਇਸ ਗੱਲ ਦੀ ਚੇਟਕ ਵੀ ਲਾਈ ਕਿ ਕਿਵੇਂ ਅਸੀਂ ਜਿਹੜਾ ਹੈ ਇੱਕ ਨਿਆਂਪੂਰਨ ਸਮਾਜ ਸਿਰਜਣਾ, ਉਹਦੇ ਲਈ ਲੜਾਈ ਵੀ ਲੜਨੀ। ਇਕੱਲਾ ਇਹ ਨਹੀਂ ਕਿ ਸਿਰਫ ਤੁਸੀਂ ਆਪਣਾ, ਜਿਹਨੂੰ ਕਹਿੰਦੇ ਸਿਰਫ ਆਪਣੀ ਕਮਾਈ ਹੀ ਜਟਾਉਣੀ ਹੈ, ਜਿੱਥੇ ਅਨਿਆਂ ਹੁੰਦਾ ਉਸ ਦੇ ਖਿਲਾਫ ਖੜੇ ਵੀ ਹੋ। ਦੇਖੋ, ਗੱਲ ਇਸ ਤਰ੍ਹਾਂ ਕਿ ਗਾਂਧੀ ਬਾਰੇ ਅਕਸਰ ਕਿਹਾ ਜਾਂਦਾ ਕਿ ਜੀ ਉਸਨੇ ਅਫਰੀਕਾ 'ਚ ਜਾ ਕੇ ਆਹ ਕੀਤਾ, ਵਾਹ ਕੀਤਾ, ਵਾਪਸ ਆ ਕੇ ਉਸਨੇ ਨਵੀਂ ਚੇਟਕ ਲਾਈ ਲੋਕਾਂ ਨੂੰ। ਉੱਥੇ ਲੋਕੀ ਇਹ ਭੁੱਲ ਜਾਂਦੇ ਕਿ ਗਾਂਧੀ ਵੀ ਆਪਣਾ ਜਿਹਨੂੰ ਕਹਿੰਦੇ ਕਮਾਈ ਵਾਸਤੇ ਬਾਹਰ ਗਿਆ ਸੀਗਾ। ਜਾ ਕੇ ਉਸਨੂੰ ਇੱਕ ਕੌੜੇ ਅਨੁਭਵ ਹੋਏ, ਜਿਸ ਦੇ ਕਰਕੇ ਉਸਦੇ ਲਈ ਇੱਕ ਨਵਾਂ ਰਾਹ ਤਿਆਰ ਹੋ ਗਿਆ। ਫਿਰ ਗਦਰੀਆਂ ਨੂੰ ਅਸੀਂ ਇਸ ਤਰ੍ਹਾਂ ਦੀ ਮਤਲਬ ਜਿਹੜੀ ਹੈ ਗੁੰਜਾਇਸ਼ ਦੇਣ ਦੀ ਕਿਉਂ ਤਿਆਰ ਨਹੀਂ ਹੁੰਦੇ? ਕਈ ਲੋਕ ਬੜੀ ਬੇਸ਼ਰਮੀ ਦੇ ਨਾਲ ਗਦਰੀਆਂ ਦੀ ਲੜਾਈ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕਰਦੇ ਕਿ ਜੀ ਉਹ ਤਾਂ ਸਿਰਫ ਰੋਜ਼ੀ ਰੋਟੀ ਲਈ ਖਾਤਰ ਆਏ ਸੀਗੇ। ਰੋਜ਼ੀ ਰੋਟੀ ਲਈ ਤਾਂ ਕੋਈ ਵਿਅਕਤੀ ਕਿਧਰੇ ਵੀ ਕੰਮ ਕਰ ਸਕਦਾ। ਗੱਲ ਇਹ ਕਿ ਆਪਣੇ ਉਸ ਕੰਮ 'ਚੋਂ ਕਿੰਨਾ ਕੁ ਦਸਵੰਧ ਕੱਢ ਕੇ ਉਹ ਜਿਹੜੀ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਨਿਤਰਦਾ, ਕਿੰਨੀ ਕੁ ਆਪਣੀ ਤਾਕਤ ਲਾਉਂਦਾ ਕਿ ਮੈਂ ਜ਼ੁਲਮ ਦੇ ਖਿਲਾਫ ਖੜਾ ਹੋਵਾਂ। ਕਿੰਨਾ ਕੁ ਆਪਣੀ ਨਾਬਰੀ ਦੇ ਇਤਿਹਾਸ ਨੂੰ ਅੱਗੇ ਤੋਰਦਾ ਆ। ਗੱਲਾਂ ਤੇ ਆਹ ਵੇਖਣ ਵਾਲੀਆਂ। ਜਿਹੜੇ ਉਹ ਲੋਕ ਆਏ ਵੀ ਸੀਗੇ, ਚਾਹੇ ਰੋਜ਼ੀ ਰੋਟੀ ਦੀ ਖਾਤਰ ਆਏ ਸੀ, ਪਰ ਜੋ ਕੁਝ ਮਾੜਾ ਚੰਗਾ ਉਹਨਾਂ ਨਾਲ ਹੋਇਆ, ਉਸਨੇ ਉਹਨਾਂ ਨੂੰ ਝੰਜੋੜਿਆ, ਕਿਉਂਕਿ ਉਹਨਾਂ ਦੀ ਜਿੰਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਸੀਗੇ। ਪਹਿਲਾਂ ਹੀ ਉਹਨਾਂ ਨੂੰ ਜਾਗ ਲੱਗੀ ਹੋਈ ਸੀ, ਪਹਿਲਾਂ ਹੀ ਪਾਨ ਚੜੀ ਹੋਈ ਸੀ। ਇਹ ਨਹੀਂ ਕਿ ਇੱਥੇ ਆ ਕੇ, ਜਿਵੇਂ ਕਈ ਕਹਿੰਦੇ ਆ, ਇੱਥੋਂ ਦੀ ਖੁੱਲੀ ਫਿਜ਼ਾ ਵਿੱਚ ਆ ਕੇ ਉਹਨਾਂ ਅੱਖਾਂ ਖੁੱਲ ਗਈਆਂ, ਜਿਹਦੇ 'ਚ ਲੱਗਦਾ ਕਿ ਜਿਵੇਂ ਯੂਰਪੀ ਜਿਹੜੀ ਉੱਚਤਾ ਜਾਂ ਉੱਤਮਤਾ ਉਸ ਵਿੱਚ ਨਜ਼ਰ ਆਉਂਦੀ ਉਸ ਗੱਲਬਾਤ 'ਚੋਂ। ਅਸਲ ਗੱਲ ਇਹ ਕਿ ਉਹਨਾਂ ਤੋਂ ਪਹਿਲਾਂ ਹੀ ਚੇਟਕ ਲੱਗੀ ਸੀ। ਪੰਜਾਬ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਵਿੱਚ ਕਈ ਲੋਕ ਸ਼ਾਮਲ ਸੀ, ਸਿੰਘ ਸਭਾ ਲਹਿਰ ਵਿੱਚ ਸ਼ਾਮਲ ਰਹੇ ਸੀ। ਜਿਹੜੀ ਆਪਣਾ ਸਵਦੇਸ਼ੀ ਲਹਿਰ ਜਿਹੜੀ ਪਹਿਲੀ ਨਾਮਧਾਰੀ ਨੇ ਸ਼ੁਰੂ ਕੀਤੀ ਹੈ, ਸੋਹਣ ਸਿੰਘ ਭਗਨਾ ਉਸ ਦੇ ਕਾਇਲ ਸੀਗੇ। ਸੋ ਕਿਧਰੇ ਨਾ ਕਿਧਰੇ ਉਸ ਤਰ੍ਹਾਂ ਦੇ ਵਿਚਾਰਾਂ ਨੇ ਪਹਿਲਾਂ ਹੀ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ। ਇੱਥੇ ਆ ਕੇ ਉਹਨਾਂ ਨੇ ਜਦੋਂ ਵੇਖਿਆ ਕਿ ਆਮ ਜਿਹੜੇ ਲੋਕਾਂ ਨੂੰ ਨਾਲ ਕਿਵੇਂ ਜੋੜਨਾ ਆ, ਇੱਕ ਤਾਂ ਉਹਨਾਂ ਨੇ ਬਾਂਹ ਫੜੀ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ, ਉਹਨਾਂ ਦੇ ਠਾਹਰ ਦਾ ਪ੍ਰਬੰਧ ਕੀਤਾ,
ਨਾਲ ਦੀ ਨਾਲ ਉਹਨਾਂ ਨੂੰ ਇਸ ਗੱਲ ਦੀ ਚੇਟਕ ਲਾਈ ਕਿ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਖੜੇ ਹੋਣਾ ਤਾਂ ਉਸ ਦੇ ਲਈ ਵੀ ਸਾਡਾ ਬਣਦਾ ਸਰਦਾ ਯੋਗਦਾਨ ਅਸੀਂ ਪਾਈਏ। ਬਿਲਕੁਲ। ਸੋ ਸਟਾਕਟਨ ਦਾ ਗੁਰੂ ਘਰ ਜਦੋਂ ਸਥਾਪਿਤ ਹੋਇਆ ਉਹ ਇੱਕ ਇਹੋ ਜਿਹੀ ਥਾਂ ਬਣ ਗਈ ਕਿ ਜਿੱਥੇ ਜੁੜ ਕੇ ਬਹਿ ਕੇ ਤੁਸੀਂ ਵਿਚਾਰਾਂ ਵੀ ਕਰ ਸਕੋ। ਬਿਲਕੁਲ। ਔਰ ਉਸੇ ਤਰ੍ਹਾਂ ਜਦੋਂ ਖਾਲਸਾ ਦੀਵਾਨ ਸੁਸਾਇਟੀ ਵੈਂਕੂਵਰ ਬਣੀ ਹੈ ਉਹ ਵੀ ਗਦਰ ਪਾਰਟੀ ਤੋਂ ਪਹਿਲਾਂ ਬਣੀ ਹੈ। ਹਾਂਜੀ। ਸੋ ਮੇਰਾ ਮਤਲਬ ਗਦਰ ਪਾਰਟੀ ਦੇ ਲਈ ਜਿਹੜੀਆਂ ਪਹਿਲਾਂ ਇਹ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ, ਚਾਹੇ ਸਟਾਕਟਨ ਦੇ ਗੁਰਦੁਆਰੇ ਦੀ ਸਥਾਪਨਾ, ਚਾਹੇ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦਾ ਗੁਰਦੁਆਰਾ, ਇਹ ਸਾਰਾ ਗਦਰ ਪਾਰਟੀ ਤੋਂ ਪਹਿਲਾਂ ਇੱਕ ਜ਼ਮੀਨ ਤਿਆਰ ਕੀਤੀ ਗਈ। ਹਾਂਜੀ। ਉਸ ਲੜਾਈ ਦਾ ਹਿੱਸਾ ਨੇ ਸਾਰੀਆਂ ਗੱਲਾਂ ਵਾਲੀਆਂ। ਸੋ ਗਦਰ ਪਾਰਟੀ ਕੋਈ ਵੈਕਿਊਮ 'ਚੋਂ ਨਹੀਂ ਪੈਦਾ ਹੋਈ, ਉਸ ਦੇ ਲਈ ਪਹਿਲਾਂ ਹੀ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ, ਅਖੀਰ ਉਸ ਤੋਂ ਬੋਰ ਪਿਆ। ਜਿੱਥੇ ਅਸੀਂ ਐਬਸਫੋਰਡ ਦੇ ਵਿੱਚ ਆਪਣੇ ਜੱਦੀ ਸ਼ਹਿਰ ਜਦੋਂ ਜਾਂਦੇ ਹਾਂ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਹੈਰੀਟੇਜ ਗੁਰਦੁਆਰਾ ਸਾਹਿਬ ਜਿਹੜਾ ਕਿ ਬਚਾ ਕੇ ਰੱਖਿਆ ਗਿਆ, ਉਹਦਾ 1910-11 ਦਾ ਇਤਿਹਾਸ ਦੇਖਦੇ ਹਾਂ, ਪਤਾ ਲੱਗਦਾ ਕਿ ਇੱਥੇ ਵੀ ਕਦੇ ਨਾ ਕਦੇ ਉਹਨਾਂ ਯੋਧਿਆਂ ਦੇ ਜਿਨ੍ਹਾਂ ਦੇ ਵਿੱਚੋਂ ਚਾਹੇ ਉਹ ਕਰਤਾਰ ਸਿੰਘ ਸਰਾਭਾ ਨੇ, ਚਾਹੇ ਭਾਈ ਮੇਵਾ ਸਿੰਘ ਨੇ, ਬਲਵੰਤ ਸਿੰਘ ਖੁਰਦਪੁਰ ਨੇ, ਜਾਂ ਭਾਈ ਭਾਗ ਸਿੰਘ ਨੇ, ਬਤਨ ਸਿੰਘ ਨੇ, ਸਾਰੇ ਉੱਥੇ ਪਹੁੰਚਦੇ ਰਹੇ, ਇਕੱਠੇ ਹੁੰਦੇ ਰਹੇ। ਸਰਹੱਦ ਤੋਂ ਆਉਂਦੇ ਵੀ ਸੁਮਸ ਬਾਰਡਰ ਤੋਂ ਸੰਕੇਤ ਮਿਲਦਾ ਸੀ। ਸੋ ਇਹ ਗਦਰ ਪਾਰਟੀ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਜਿਹੜੀਆਂ ਘਟਨਾਵਾਂ, ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਨੂੰ ਖੁਦ 100 ਸਾਲਾਂ 'ਤੇ ਜਾਣ ਦਾ ਮੌਕਾ ਮਿਲਿਆ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ। ਇਹ ਮਸ਼ੀਨ ਜਿਹੜੀ ਬਕਾਇਦਾ ਸਾਈਕਲੋ ਸਟਾਈਲ ਜਿਸ ਤਰ੍ਹਾਂ ਤਿਆਰ ਹੁੰਦਾ ਸੀ ਗਦਰ ਅਖਬਾਰ, ਉਸ ਨੂੰ ਪ੍ਰਕਾਸ਼ ਕਰਦੀ ਸੀ, ਉਹਨੂੰ ਵੀ ਦੇਖਿਆ ਅਤੇ ਹੋਰ ਬਹੁਤ ਸਾਰਾ ਮੌਕਾ ਮਿਲਿਆ। ਪਰ ਜਿਹੜਾ ਇੱਕ ਇੰਪੋਰਟੈਂਟ ਪੱਖ ਇਹ ਹੈ ਕਿ ਜਦੋਂ ਇਸ ਗਦਰ ਅਖਬਾਰ ਦੀ ਆਰੰਭਤਾ ਹੁੰਦੀ ਹੈ, ਜਿਵੇਂ ਕਰਤਾਰ ਸਿੰਘ ਸਰਾਭਾ, ਜਿਵੇਂ ਛੋਟੀ ਉਮਰ ਦੇ ਨੌਜਵਾਨ, ਜਿਸ ਤਰ੍ਹਾਂ ਦੀ ਉਹਨਾਂ ਦੇ ਅੰਦਰ ਸ਼ਕਤੀ ਸੀ, ਉਹ ਛੋਟੇ ਹੋਣ ਦੇ ਬਾਵਜੂਦ ਬਾਂਕਾ ਜਰਨੈਲ ਜਿਹੜਾ ਮੰਨਿਆ ਜਾਂਦਾ ਸੀ, ਬਾਕੀਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਏਜੰਡਾ ਉਲੀਕਿਆ। ਉਹ ਇਹ ਸੀ ਯੂਨਾਈਟਿਡ ਸਟੇਟਸ ਆਫ ਇੰਡੀਆ ਦਾ, ਜਿਹੜੀ ਉਹਨਾਂ ਨੇ ਉਸ ਵੇਲੇ ਸੰਵਿਧਾਨਕ ਰੂਪ ਤਿਆਰ ਕੀਤਾ ਉਹਦਾ, ਜਾਂ ਜਿਸ ਤਰੀਕੇ ਨਾਲ ਉਹ ਕੋਡ ਆਫ ਕੰਡਕਟਸ ਬਣਾਏ, ਉਹ ਧਾਰਨਾਵਾਂ ਸਾਰੀਆਂ ਸਨ, ਉਹਨਾਂ ਬਾਰੇ ਰੌਸ਼ਨੀ ਪਾਓ, ਜਿਹੜੀ ਕਿ ਗਦਰ ਪਾਰਟੀ ਦੀ ਮੂਲ ਧੁਰਾ ਕਹਿ ਸਕਦੇ ਹਾਂ। ਜਿਸ ਦਾ ਮੂਲ ਧੁਰਾ ਗਦਰ ਪਾਰਟੀ ਦਾ ਇਹੋ ਸੀ ਕਿ ਇੱਕ ਸੈਕੂਲਰ ਨਿਜ਼ਾਮ ਹੋਵੇ ਜੀ, ਧਰਮਾਂ ਦੇ ਨਾਂ 'ਤੇ, ਜ਼ਾਤਾਂ ਦੇ ਨਾਂ 'ਤੇ ਵੰਡੀਆਂ ਨਾ ਹੋਣ ਜੀ, ਧਰਮ ਹਰ ਇੱਕ ਦਾ ਨਿੱਜੀ ਮਸਲਾ ਹੋਵੇ, ਔਰ ਹਰ ਇੱਕ ਜਿਹੜਾ ਵਿਅਕਤੀ ਹੈ ਉਸਦੇ ਧਾਰਮਿਕ ਹੱਕਾਂ ਦੀ ਉੱਥੇ ਪੂਰੀ ਤਰ੍ਹਾਂ ਹਿਫਾਜ਼ਤ ਹੋਵੇ ਜੀ। ਪਰ ਅਫਸੋਸ ਦੀ ਗੱਲ ਕਿ 1 ਨਵੰਬਰ ਨੂੰ ਜਦੋਂ ਗਦਰ ਅਖਬਾਰ ਸ਼ੁਰੂ ਕੀਤਾ ਗਿਆ, ਬਹੁਤ ਹੀ ਮੁਕੱਦਸ ਦਿਹਾੜਾ ਸਾਡੇ ਲਈ, ਉਸੇ ਦਿਨ 1984 ਵਿੱਚ ਦਿੱਲੀ ਵਿੱਚ ਕਤਲੇਆਮ ਸ਼ੁਰੂ ਹੋਏ ਸਿੱਖਾਂ ਦੇ, ਔਰ ਸਾਰੇ ਭਾਰਤ ਵਿੱਚ ਫੈਲ ਗਏ। ਹਾਂਜੀ। ਮੈਂ ਸਮਝਦਾ ਕਿ ਗਦਰੀਆਂ ਦੀ ਸੋਚ ਦਾ ਕਤਲ ਤਾਂ ਉਸ ਦਿਨ ਹੀ ਹੋ ਗਿਆ ਸੀਗਾ। ਵੈਸੇ ਤਾਂ ਉਸ ਤੋਂ ਪਹਿਲਾਂ ਜਦੋਂ ਦੇਸ਼ ਵੰਡ ਵੀ ਧਰਮ ਦੇ ਨਾਂ 'ਤੇ ਹੋਈ ਆ ਜੀ, ਜਿਸ ਵਿੱਚ ਗਦਰੀਆਂ ਨੇ ਮੂਹਰੇ ਹੋ ਕੇ ਮੁਸਲਮਾਨਾਂ ਨੂੰ ਹਿੰਦੂ ਜਨੂਨੀਆਂ ਤੋਂ ਬਚਾਇਆ, ਉਸ ਵੇਲੇ ਵੀ ਉਹਨਾਂ ਦੀ ਸੋਚ ਦਾ ਕਤਲ ਕੀਤਾ ਗਿਆ। ਪਰ ਆ ਤਾਂ ਬਿਲਕੁਲ ਜਿਹਨੂੰ ਕਹਿੰਦੇ ਕਿ ਬੇਸ਼ਰਮੀ ਦੀ ਗੱਲ ਸੀ ਕਿ 47 ਵੇਲੇ ਜਿਹੜੀ ਵੰਡ ਵੇਲੇ ਜੋ ਹਿੰਸਾ ਹੋਈ ਆ, ਉਹਦੇ ਲਈ ਤਾਂ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ, ਕਿਉਂਕਿ ਬਰਤਾਨਵੀ ਅਜੇ ਜਾ ਰਹੇ ਸੀ, ਸੱਤਾ ਤਬਦੀਲੀ ਹੋ ਰਹੀ ਸੀ, ਕੋਈ ਵਾਲੀ ਵਾਰਿਸ ਨਹੀਂ ਸੀਗਾ। ਪਰ ਇੱਥੋਂ ਤਾਂ ਚੁਣੀ ਹੋਈ ਸਰਕਾਰ ਲੋਕਾਂ ਦੀ ਆਪਣੀ, ਉਹ ਲੋਕਾਂ ਦੇ ਖੂਨ ਦੀ ਪਿਆਸੀ ਹੋ ਗਈ। ਤੁਸੀਂ ਇਹ ਵੇਖੋ ਕਿ ਰਕਾਬਗੰਜ ਸਾਹਿਬ ਦਾ ਗੁਰਦੁਆਰਾ, ਜਿਹਦਾ ਇਤਿਹਾਸ ਕੀ ਆ ਕਿ ਇਸ ਗੁਰਦੁਆਰੇ ਦੀ ਕੰਧ ਜਦੋਂ ਬਰਤਾਨਵੀਆਂ ਨੇ ਢਾਈ ਆ, ਤਾਂ ਉਸ ਵੇਲੇ ਗਦਰੀਆਂ ਨੇ ਬਕਾਇਦਾ ਲੋਕਾਂ ਨੂੰ, ਸਿੱਖਾਂ ਨੂੰ ਲਾਮਬੰਦ ਕੀਤਾ। ਭਾਈ ਰਣਧੀਰ ਸਿੰਘ ਵਰਗੇ ਵੀ ਲਾਮਬੰਦ ਹੋਏ, ਔਰ ਬੜੇ ਮਾਣ ਨਾਲ ਦੱਸਿਆ ਜਾਂਦਾ ਕਿ ਇਸ ਰਕਾਬਗੰਜ ਦੀ ਕੰਧ ਦੇ ਖਿਲਾਫ ਜਿਹੜਾ ਮੋਰਚਾ ਸੀ, ਆਜ਼ਾਦੀ ਦੀ ਲੜਾਈ ਦਾ ਇੱਕ ਹਿੱਸਾ ਸੀ। ਬਿਲਕੁਲ। ਔਰ ਉਸ ਵਿੱਚ ਗਦਰੀ ਵੀ ਨਾਲ ਉਹਨਾਂ ਨੇ ਕੀਲ ਲਏ ਸੀ ਆਪਣੇ। ਉਸੇ ਰਕਾਬਗੰਜ ਦੇ ਗੁਰੂ ਘਰ ਦੇ ਉੱਤੇ 84 ਦੇ ਕਤਲੇਆਮ ਵੇਲੇ ਹਮਲਾ ਕੀਤਾ ਗਿਆ ਮਿੱਥ ਕੇ, ਜਦੋਂ ਕਮਲਨਾਥ ਵੀ ਉੱਥੇ ਹਾਜ਼ਰ ਸੀ ਜੀ। ਸੋ ਇਹ ਜਦੋਂ ਗੱਲਾਂ ਆਪਾਂ ਸੁਣਦੇ ਹਾਂ ਤੇ ਸੋਚਦੇ ਹਾਂ ਕਈ ਵਾਰੀ ਕਿ ਕਿੱਥੇ ਉਹਨਾਂ ਦੀ ਸੋਚ ਸੀ ਯੂਨਾਈਟਿਡ ਸਟੇਟ ਆਫ ਇੰਡੀਆ ਬਣਾਉਣ ਦੀ, ਜਿੱਥੇ ਸਾਰੇ ਲੋਕਾਂ ਦੇ ਜਿਹੜੇ ਧਾਰਮਿਕ ਹੱਕ ਮਹਿਫੂਜ਼ ਰਹਿਣੇ ਸੀ, ਉੱਥੇ ਮਤਲਬ ਹਾਲਾਤ ਉੱਦਾਂ ਦੇ ਬਣਦੇ ਗਏ 84 ਤੋਂ ਲੈ ਕੇ ਹੁਣ ਤੱਕ ਕਿ ਬਕਾਇਦਾ ਹਿੰਦੁਸਤਾਨ ਦਾ ਨਾਰਾ ਬੁਲੰਦ ਹੋਇਆ ਜੀ। ਸੋ ਗਦਰੀਆਂ ਦਾ ਉਹ ਇਤਿਹਾਸ, ਉਹਨਾਂ ਦੇ ਉਹ ਨਾਅਰੇਬਾਜ਼ੀ, ਸਾਰਾ ਕੁਝ ਜਿਹੜਾ ਹੈ ਪਿੱਛੇ ਨੂੰ ਧੱਕ ਦਿੱਤਾ ਗਿਆ। ਸੋ ਇਹ ਅਫਸੋਸ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਜਦੋਂ ਵਾਚਦੇ ਹਾਂ, ਜਿਹੜੀਆਂ ਸੰਸਥਾਵਾਂ ਇਹਨਾਂ ਨਾਂ 'ਤੇ ਬਣਦੀਆਂ, ਜਿਵੇਂ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਹਰ 1 ਨਵੰਬਰ ਨੂੰ ਮੇਲਾ ਲੱਗਦਾ ਹੈ। ਇਹ 1 ਨਵੰਬਰ ਦਾ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ ਮੇਲਾ ਹੁੰਦਾ ਹੈ। ਪਰ ਉਸ ਮੇਲੇ ਦੀ ਜਿਹੜੀ ਮਾਪਦੰਡ ਜਾਂ ਉਸ ਦਾ ਰੂਪ ਰੇਖਾ ਹੈ, ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆ ਜਿਹੜੀਆਂ ਮੌਜੂਦਾ ਘਟਨਾਵਾਂ ਨੇ, ਜਾਂ ਉਹ ਘਟਨਾਵਾਂ ਜਿਹੜੀਆਂ ਕਿ ਲਗਾਤਾਰ ਵਾਪਰ ਰਹੀਆਂ ਇਤਿਹਾਸਕ ਪ੍ਰਸੰਗ ਦੇ ਵਿੱਚ ਨੇ, ਉਸ ਪ੍ਰਸੰਗ ਨੂੰ ਨਿਖੇੜ ਦਿੱਤਾ ਜਾਂਦਾ ਹੈ। ਸੋ ਡਿਸਕੋਰਸ ਇੱਕ ਨਵਾਂ ਖੜਾ ਕਰ ਦਿੱਤਾ ਜਾਂਦਾ, ਜਿਹੜਾ ਕਿ ਬਿਲਕੁਲ ਵਿਛੁੰਨਿਆ ਹੁੰਦਾ ਹੈ। ਅਫਸੋਸ ਦੀ ਗੱਲ ਇਹ ਕਿ ਦੇਸ਼ ਭਗਤ ਯਾਦਗਾਰ ਹਾਲ 'ਚ, ਜਿਵੇਂ ਮੈਂ ਇੱਕ ਪ੍ਰੋਗਰਾਮ ਪਹਿਲਾਂ ਵੀ ਦੱਸਿਆ ਸੀ ਕਿ 2017 'ਚ ਮੇਰੇ ਅੱਖੀ ਦੇਖੀ ਗੱਲ ਜੀ, 1 ਨਵੰਬਰ ਨੂੰ ਗਦਰ ਪਾਰਟੀ ਦਾ ਝੰਡਾ ਚਾੜਿਆ ਗਿਆ ਜੀ, ਗਦਰ ਪਾਰਟੀ ਦੀ ਸਥਾਪਨਾ ਦਾ ਜਸ਼ਨ ਮਨਾਇਆ ਗਿਆ, ਜਿਹੜਾ ਕਿ ਬਹੁਤ ਚੰਗੀ ਗੱਲ ਸੀ ਜੀ।
ਸੈਕੂਲਰਿਜ਼ਮ ਦੀਆਂ ਸਾਰੀਆਂ ਗੱਲਾਂ ਉੱਥੇ ਹੋਈਆਂ। ਸਟੇਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਪੀ ਕੇ ਪਾਣੀ ਕੋਸਿਆ ਗਿਆ, ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਚਲਾ ਰਹੀ ਹੈ, ਔਰ ਉਹ ਵੀ ਬਹੁਤ ਵਧੀਆ ਗੱਲ ਸੀ। ਪਰ ਐਡਾ ਵੱਡਾ ਦੁਖਾਂਤ ਸਿੱਖਾਂ ਨਾਲ ਵਾਪਰਿਆ ਹੋਵੇ, ਪੰਜਾਬ ਦੀ ਧਰਤੀ ਤੇ ਤੁਸੀਂ ਐਡਾ ਵੱਡਾ ਪ੍ਰੋਗਰਾਮ ਕਰ ਰਹੇ ਹੋ, ਤੁਹਾਡੇ ਕੋਲ ਇੰਨਾ ਵੀ ਸਮਾਂ ਨਹੀਂ ਕਿ ਤੁਸੀਂ 1 ਮਿੰਟ ਦੀ ਚੁੱਪੀ ਦਾ ਕੋਈ ਉੱਥੇ ਪ੍ਰੋਗਰਾਮ ਵਿੱਢੋ ਜਾਂ ਸ਼ੋਕ ਮਤਾ ਲਿਆਓ। ਉਹਨਾਂ ਨੇ ਇਸ ਗੱਲ ਨੂੰ ਇਗਨੋਰ ਕੀਤਾ, ਜਿਹੜਾ ਹੈ ਪਰੋਖੇ ਕਰ ਦਿੱਤਾ ਗਿਆ। ਕਿਉਂਕਿ ਕਿਧਰੇ ਨਾ ਕਿਧਰੇ ਇਹਦੇ ਵਿੱਚੋਂ ਨਜ਼ਰ ਆਉਂਦਾ ਕਿ ਜਿਹੜੀ ਲੈਫਟ ਦੀ ਜਾਂ ਖੱਬੇ ਪੱਖੇ ਦੀ ਜਿਹੜੀ ਜੁੰਡੀ ਭਾਰੂ ਹੈ ਉੱਥੇ, ਉਹਨਾਂ ਵਿੱਚ ਕੋਈ ਨਾ ਕੋਈ ਬੇਈਮਾਨੀ ਵੀ ਹੈ, ਸਿਆਸੀ ਬੇਈਮਾਨੀ। ਕਿ ਕਾਂਗਰਸ ਪ੍ਰਤੀ ਇੱਕ ਬਹੁਤ ਹੀ ਨਰਮ ਉਹਨਾਂ ਦਾ ਜਿਹੜੀ ਸੋਚ ਹੈ ਉਹਨਾਂ ਦੀ, ਉਹ ਸੋਚਦੇ ਕਿ ਭਾਰਤੀ ਜਨਤਾ ਪਾਰਟੀ ਦੇ ਉਲਟ ਕਾਂਗਰਸ ਚੰਗੀ ਹੈ, ਵਧੇਰੇ ਸੈਕੂਲਰ ਹੈ, ਉਸਨੂੰ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਧਰਮ ਨਿਰਪੱਖਤਾ ਦਾ ਸਰਟੀਫਿਕੇਟ ਦਿੰਦੇ ਆ ਰਹੇ। ਹਾਲਾਂਕਿ ਮਾਰਕਸੀ ਪਾਰਟੀ ਦੇ ਹੀ ਜੋਤੀ ਬਾਸੂ ਨੇ ਬੰਗਾਲ 'ਚ ਬਹੁਤ ਵਧੀਆ ਭੂਮਿਕਾ ਅਦਾ ਕੀਤੀ ਸੀ ਜੀ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ। ਪਰ ਬਾਅਦ 'ਚ ਕੀ ਹੋਇਆ, ਅੱਜ ਦੀ ਤਾਜ਼ਾ ਸਥਿਤੀ ਵੇਖ ਲਓ। ਹੁਣ ਕਹਿ ਰਹੇ ਜੀ ਕਿ ਅਸੀਂ ਬੰਗਾਲ ਦੇ ਵਿੱਚ ਕਾਂਗਰਸ ਦੇ ਨਾਲ ਰਲ ਕੇ ਤ੍ਰਿਣਮੂਲ ਨੂੰ ਫਾਈਟ ਦੇਵਾਂਗੇ ਤੇ ਕੇਰਲ ਦੇ ਵਿੱਚ ਕਾਂਗਰਸ ਦੇ ਖਿਲਾਫ ਚੋਣ ਲੜਾਂਗੇ। ਇਸ ਤੋਂ ਵੱਡੀ ਸਿਆਸੀ ਮੌਕਾ ਪ੍ਰਸਤੀ ਦੀ ਦੋਗਲੀ ਚਾਲ ਕਿਹੜੀ ਹੋ ਸਕਦੀ। ਸੋ ਇਹ ਜਿਹੜੀਆਂ ਕਮਜ਼ੋਰੀਆਂ ਘਾਟਾਂ ਖੱਬੇ ਪੱਖੀਆਂ ਦੇ ਕੈਂਪ 'ਚ ਨਜ਼ਰ ਆ ਰਹੀਆਂ ਪ੍ਰਤੱਖ ਰੂਪ ਦੇ ਵਿੱਚ। ਜੇ ਪੰਜਾਬ 'ਚ ਤੁਹਾਡੇ ਪੈਰ ਨਹੀਂ ਲੱਗੇ, ਉਹਦਾ ਵੱਡਾ ਕਾਰਨ ਇਹ ਸੀਗਾ ਕਿ ਤੁਸੀਂ ਪੰਜਾਬ ਦੀ ਉਸ ਬਹੁ ਗਿਣਤੀ ਨੂੰ, ਜਿਹੜੀ ਪੂਰੇ ਭਾਰਤ ਵਿੱਚ ਘੱਟ ਗਿਣਤੀ ਹੈ, ਉਸ ਤੋਂ ਤੁਸੀਂ ਬਿਲਕੁਲ ਖੁੰਝੇ ਲਾ ਦਿੱਤਾ, ਜਾਂ ਉਸ ਤੋਂ ਤੁਸੀਂ ਆਪਣੇ ਆਪ ਨੂੰ ਪਾਸਾ ਵੱਟ ਲਿਆ। ਸੋ ਇਸ ਕਰਕੇ ਜਿਹੜਾ ਹੈ ਇਹਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ। ਸੋ ਦੇਸ਼ ਭਗਤ ਯਾਦਗਾਰ ਹਾਲ ਦੀ ਜ਼ਿੰਮੇਵਾਰੀ ਸਗੋਂ ਵੱਧ ਬਣਦੀ ਹੈ ਕਿ ਜਦੋਂ ਤੁਸੀਂ 1 ਨਵੰਬਰ ਆਉਂਦੀ ਹੀ ਹੈ, ਗਦਰ ਪਾਰਟੀ ਦਾ ਝੰਡਾ ਚਾੜ੍ਹਦੇ ਹੋ, ਨਾਲ ਦੀ ਨਾਲ ਤੁਸੀਂ ਇਸ ਦੁਖਾਂਤ ਨੂੰ ਵੀ ਯਾਦ ਰੱਖੋ। ਵੈਸੇ ਵੀ ਗੱਲ ਹੈ ਕਿ ਜੜ੍ਹਾਂ ਨਾਲ ਜੁੜ ਕੇ ਰਹਿਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਗਦਰ ਕਵਿਤਾ ਦੀ, ਗਦਰ ਲਹਿਰ ਦੀ, ਵਾਰਤਕ ਦੀ, ਗਦਰ ਅਖਬਾਰ ਦੀ, ਗਦਰੀ ਬਾਬਿਆਂ ਨੇ ਜਿੰਨੇ ਹਵਾਲੇ ਦਿੱਤੇ ਉਹ ਇਤਿਹਾਸ ਦੇ ਵਿੱਚੋਂ ਨੇ ਬੜੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ, ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲਵਾ, ਕਿੰਨੀਆਂ ਮਿਸਾਲਾਂ ਨੇ। ਉਹ ਮਿਸਾਲਾਂ ਦੀਆਂ ਬਕਾਇਦਾ ਜ਼ਿਕਰ ਉਹਨਾਂ ਕਵਿਤਾਵਾਂ ਦੇ ਵਿੱਚ ਆਉਂਦਾ ਹੈ। ਅਤੇ ਨਾਲ ਕਹਿੰਦੇ ਕਿ ਉਹਨਾਂ ਤੋਂ ਸੇਧ ਲਓ। ਜਦੋਂ ਉਹ ਇਸ ਗੱਲ ਤੋਂ ਸੇਧ ਲੈ ਸਕਦੇ ਨੇ ਤਾਂ ਸਾਡੇ ਸੋ ਕਾਲਡ ਖੱਬੇ ਪੱਖੀ ਜਾਂ ਉਸ ਜਿਹੜੀਆਂ ਧਿਰਾਂ ਜਿਹੜੀਆਂ ਕਿ ਆਪਣੇ ਫਲਸਫੇ ਨੂੰ ਵਿਦੇਸ਼ਾਂ ਤੋਂ ਪ੍ਰਭਾਵਿਤ ਹੋਇਆ ਮੰਨਦੀਆਂ ਨੇ, ਉਹਨਾਂ ਨੂੰ ਕੀ ਇਸ ਗੱਲ ਦਾ ਇਤਰਾਜ਼ ਹੈ? ਉਹ ਆਪਣੀਆਂ ਜੜ੍ਹਾਂ ਦੇ ਵੱਲ ਨਾ ਜਾ ਕੇ ਕੇਵਲ ਤੇ ਕੇਵਲ ਪੱਤਿਆਂ ਟਾਹਣੀਆਂ ਵੱਲ ਬਿਖਰੀਆਂ ਹੋਈਆਂ ਨੇ। ਇੱਕ ਤਾਂ ਦੇਖੋ, ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਉਹਨਾਂ ਨੇ ਸਿੱਖ ਧਰਮ ਨੂੰ ਵੀ ਬਾਕੀ ਦੇ ਆਮ ਧਰਮਾਂ ਵਰਗਾ ਹੀ ਮੰਨਿਆ ਹੋਇਆ ਜੀ। ਠੀਕ ਹੈ, ਸਿੱਖ ਧਰਮ ਸਥਾਪਿਤ ਧਰਮ ਹੈ ਜੀ, ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਧਰਮ ਦੀ ਮੁਦਾਖਲਤ ਹੋਵੇ ਜੀ। ਪਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਕੀ ਸਿੱਖ ਧਰਮ ਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਹਿੰਦੂ ਧਰਮ ਦੇ ਬਰਾਬਰ ਖੜਾ ਕਰ ਸਕਦੇ ਹੋ? ਜਿਸ ਧਰਮ ਦੇ ਵਿੱਚ ਜ਼ਾਤ ਪਾਤ ਦਾ ਕੋਡ ਹੋਵੇ, ਜਿਸ ਧਰਮ ਦੇ ਵਿੱਚ ਛੂਆ-ਛਾਤ ਨੂੰ ਜਾਂ ਭਿੱਟਵਾਦ ਨੂੰ ਮਾਨਤਾ ਮਿਲੀ ਹੋਵੇ, ਉਹਦਾ ਸਿੱਖੀ ਨਾਲ ਕੀ ਮੇਲ ਹੈ? ਬਿਲਕੁਲ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ, ਤਾਂ ਅਸੀਂ ਉਖੜ ਜਾਂਦੇ ਹਾਂ ਜੀ। ਹੁਣ ਠੀਕ ਹੈ, ਬੁੱਧੀਜ਼ਮ ਕੋਲ ਰਾਜ ਹੈ ਕੁਝ ਦੇਸ਼ਾਂ ਦੇ ਵਿੱਚ, ਉੱਥੇ ਜ਼ੁਲਮ ਵੀ ਘੱਟ ਗਿਣਤੀਆਂ 'ਤੇ ਹੋਏ ਆ, ਪਰ ਉਹਦੇ 'ਚ ਬੁੱਧੀਜ਼ਮ ਦਾ ਕਸੂਰ ਨਹੀਂ ਗਾ ਨਾ। ਬੁੱਧੀਜ਼ਮ ਦੀ ਆਪਣੀ ਫਿਲਾਸਫੀ ਹੈ, ਹਿੰਦੂਆਂ ਨਾਲ ਉਹਨਾਂ ਦੀ ਅੱਡਰੀ ਪਛਾਣ ਹੈ। ਪਰ ਉਹਨੂੰ ਅਸੀਂ ਜੇ ਸਾਇੰਟੀਫਿਕ ਢੰਗ ਨਾਲ ਜਿਸ ਬੁੱਧ ਦੀ ਫਿਲਾਸਫੀ ਨੂੰ ਸਮਝਣਾ ਹੋਵੇ, ਤਾਂ ਉਸ 'ਚ ਕਈ ਗੱਲਾਂ ਨੇ ਜਿਹੜੀਆਂ ਮੰਨਣ ਵਾਲੀਆਂ ਨੇ ਜੀ। ਸੋ ਲੈਫਟ ਇਸ ਸਵਾਲ ਨੂੰ ਚੰਗੀ ਤਰ੍ਹਾਂ ਮੁਖਾਤਬ ਹੋਵੇ, ਜਿਹੜੀ ਸਹੀ ਅਸੂਲੀ ਗੱਲ ਉਹ ਕਰੇ। ਹਿੰਦੂਤਵਾ ਦੇ ਨਾਂ 'ਤੇ ਪੋਲੀਟਿਕਸ ਜਿਹੜੀ ਹੋ ਰਹੀ ਹੈ, ਉਸ ਨੂੰ ਤੁਸੀਂ ਜਿਹੜੀ ਆ ਉਸਦੇ ਬੇਸ ਦੇ ਉੱਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖੀ ਨੂੰ ਵੀ ਅਸੀਂ ਪਾਸੇ ਰੱਖਣਾ ਜਾਂ ਬੁੱਧੀਜ਼ਮ ਨੂੰ ਅਸੀਂ ਪਾਸੇ ਰੱਖਣਾ, ਕਿਉਂਕਿ ਇਹ ਫਿਲਾਸਫੀਆਂ ਬਿਲਕੁਲ ਵੱਖਰੀਆਂ ਨੇ। ਇਹਨਾਂ ਫਿਲਾਸਫੀਆਂ ਦੇ ਵਿੱਚ ਵੀ ਆਪਣੇ ਕਈ ਤਰ੍ਹਾਂ ਦੀਆਂ ਅੰਤਰ ਵਿਰੋਧ ਆ। ਸੋ ਉਸ ਦੀ ਨਿਸ਼ਾਨਦੇਹੀ ਕਰਨਾ ਵੀ ਲੈਫਟ ਦੀ ਜ਼ਿੰਮੇਵਾਰੀ ਬਣਦੀ ਹੈ, ਮੈਂ ਇੱਦਾਂ ਸੋਚਦਾ। ਇੱਕ ਗੱਲ ਇਹ ਵੀ ਹੈ, ਜਦੋਂ ਅਸੀਂ ਗਦਰ ਲਹਿਰ ਦੇ ਇਹਨਾਂ ਯੋਧਿਆਂ ਦੀ ਗੱਲ ਜਾਂ ਗਦਰ ਅਖਬਾਰ ਦੀ ਗੱਲ ਕਰਦੇ ਹਾਂ, ਗਦਰ ਦੀ ਸਥਾਪਨਾ ਦੀ ਗੱਲ ਕਰਦੇ ਹਾਂ, ਤਾਂ ਸਾਡੇ ਅੱਗੇ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਮਾਹੌਲ ਇਹ ਬਣ ਰਿਹਾ ਸੀ ਕਿ ਵਿਸ਼ਵ ਪੱਧਰੀ ਇੱਕ ਮੂਵਮੈਂਟ ਚੱਲ ਰਹੀ ਸੀ ਬਸਤੀਵਾਦ ਦੇ ਖਿਲਾਫ, ਨਸਲਵਾਦ ਦੇ ਖਿਲਾਫ, ਤਾਂ ਉਹਨਾਂ ਦਾ ਸੰਘਰਸ਼ ਕੇਵਲ ਭਾਰਤ ਨੂੰ ਹੀ ਗੁਲਾਮੀ ਤੋਂ ਮੁਕਤ ਕਰਾਉਣਾ ਨਹੀਂ ਸੀ, ਬਲਕਿ ਵਿਸ਼ਵ ਪੱਧਰੀ ਇੱਕ ਜਿਹਨੂੰ ਕਹਿੰਦੇ ਚੇਤਨਾ ਪੈਦਾ ਕਰਨਾ ਸੀ। ਇਸ ਸੰਦਰਭ ਦੇ ਵਿੱਚ ਗਦਰ ਅਖਬਾਰ ਤੇ ਗਦਰ ਪਾਰਟੀ ਨੂੰ ਦੇਖਿਆ ਜਾਣਾ ਬੜਾ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈ, ਅੱਜ ਵੀ ਉਸ ਦੀ ਲੋੜ ਹੈ। ਅਸੀਂ ਵੇਖ ਸਕਦੇ ਹਾਂ ਕਿ ਫਲਸਤੀਨ 'ਚ ਕੀ ਹੋ ਰਿਹਾ, ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਇੱਥੋਂ ਦੇ ਸਾਡੇ ਮੂਲ ਵਾਸੀਆਂ ਨਾਲ ਕੀ ਹੋ ਰਿਹਾ ਕੈਨੇਡਾ ਦੇ ਵਿੱਚ। ਸੋ ਉਸ ਦੀ ਪ੍ਰਸੰਗਤਾ ਸਦਾ ਹੀ ਰਹੂਗੀ। ਪਰ ਅਫਸੋਸ ਦੀ ਗੱਲ ਕਿ ਜਿਹੜੇ ਗਦਰ ਪਾਰਟੀ ਦੇ ਨਾਂ 'ਤੇ ਮੇਲੇ ਲਾਉਂਦੇ ਨੇ, ਮੈਂ ਬਹੁਤ ਘੱਟ ਵੇਖਦਾ ਕਿ ਕਦੇ ਕੋਈ ਮੂਲ ਵਾਸੀਆਂ ਦੇ ਲਈ ਕੋਈ ਇਕੱਠ ਹੋਵੇ ਤਾਂ ਉਹ ਲੋਕ ਉੱਥੇ ਜਾ ਕੇ ਸ਼ਿਰਕਤ ਕਰਦੇ ਹੋਣ ਜੀ। ਅੰਤਰਰਾਸ਼ਟਰੀ ਪੱਧਰ 'ਤੇ ਜੋ ਜੰਗਾਂ ਹੋ ਰਹੀਆਂ, ਮਾਰੂ ਜੰਗਾਂ ਹੋ ਰਹੀਆਂ, ਕਈ ਮੁਲਕਾਂ ਨੂੰ ਦਬਾਇਆ ਜਾ ਰਿਹਾ, ਉੱਥੇ ਬੋਲਦੇ ਹੋਣ। ਈਵਨ ਭਾਰਤ ਵਿੱਚ ਵੀ ਦਿੱਕਤ ਇਹੀ ਆ, ਕਈ ਵਾਰੀ ਤਾਂ ਉੱਥੇ ਮੂੰਹ ਦਿਖਾਵੇ ਲਈ ਕਹਿਣਗੇ ਹੀਰੋਸ਼ੀਮਾ ਦੀ ਅਸੀਂ ਦੁਖਾਂਤ ਨੂੰ ਯਾਦ ਕਰਦੇ ਹਾਂ। ਹੀਰੋਸ਼ੀਮਾ ਦੇ ਦੁਖਾਂਤ ਮੌਕੇ 'ਤੇ ਵੱਡੀ ਰੈਲੀਆਂ ਵੀ ਕੱਢੀਆਂ ਜਾਂਦੀਆਂ ਜਦੋਂ ਉਹਦੀ ਵਰ੍ਹੇਗੰਢ ਆਉਂਦੀ ਹੈ ਜੀ। ਪਰ ਕਸ਼ਮੀਰ 'ਚ ਇੰਨਾ ਕੁਛ ਹੋ ਰਿਹਾ, ਤੁਹਾਡੇ ਆਪਣੇ ਮੁਲਕ ਦੇ ਵਿੱਚ ਕਸ਼ਮੀਰ 'ਚ ਇੰਨਾ ਹੋ ਰਿਹਾ,
ਪੰਜਾਬ 'ਚ ਜ਼ੁਲਮ ਹੁੰਦਾ ਰਿਹਾ, ਜੀ ਹੋਰ ਥਾਵਾਂ ਤੇ UAPA ਨੂੰ ਲੈ ਕੇ ਕਿਸ ਤਰ੍ਹਾਂ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ, ਕਿੰਨੀ ਕੁ ਵਾਰੀ ਤੁਸੀਂ ਉਹਦੇ ਖਿਲਾਫ ਕਾਰਵਾਈਆਂ ਕੀਤੀਆਂ? ਤੁਹਾਡੇ ਮਤਲਬ ਕਿਧਰੇ ਨਾ ਕਿਧਰੇ ਸਿਲੈਕਟਿਵ ਤੁਹਾਡੀ ਅਪਰੋਚ ਹੈ, ਪੱਖਪਾਤੀ ਇੱਕ ਪਾਸੜ, ਉਹਦੇ 'ਚ ਦਿੱਕਤਾਂ ਬਹੁਤ ਨੇ ਇਸ ਕਿਸਮ ਦੀਆਂ। ਜੀ ਸਮੂਸ਼ਤਾ 'ਚ ਲੈਣ ਦੀ ਲੋੜ ਆ। ਅੱਜ ਵੀ ਉਹਨਾਂ ਤੋਂ ਸੇਧ ਲਓ ਕਿ ਦੁਨੀਆ 'ਚ ਜਿੱਥੇ ਵੀ ਘੱਟ ਗਿਣਤੀ ਨਿਤਾੜੀਆਂ ਜਾ ਰਹੀਆਂ ਨੇ, ਨਪੀੜੀਆਂ ਜਾ ਰਹੀਆਂ, ਉੱਥੇ ਉਹਨਾਂ ਨਾਲ ਖੜੇ ਹੋਵੋ। ਪਰ ਜਦੋਂ ਅਸੀਂ ਤੇਲ ਵੇਖੋ, ਤੇਲ ਦੀ ਧਾਰ ਵੇਖੋ ਦੀ ਸਿਆਸਤ ਚਲਾਉਣੀ ਹੋਵੇ, ਫਿਰ ਇਸ ਗੱਲ ਦੀ ਉਮੀਦ ਕਿਵੇਂ ਕਰ ਸਕਦੇ? ਜਦੋਂ ਗਦਰ ਲਹਿਰ ਦੇ ਯੋਧੇ ਵਾਪਸ ਭਾਰਤ ਗਏ, ਬਿਲਕੁਲ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ਾਂ ਦੇ ਹੀ ਜਿਹੜੇ ਸਨ, ਜਿਹੜੇ ਟੁਕੜ ਬੋਟ ਸਨ, ਕਈ ਸੰਸਥਾਵਾਂ ਤੇ ਭਾਰੂ ਸਨ, ਸਰਬਰਾਹ ਬੈਠੇ ਸਨ, ਜਿਹੜੇ ਦਰਬਾਰ ਸਾਹਿਬ ਦੇ ਵਿੱਚ ਵੀ ਸਨ ਐਸੇ ਸਰਬਰਾਹ, ਜਾਂ ਫਿਰ ਉਹ ਬ੍ਰਾਹਮਣੀ ਨਿਜ਼ਾਮ ਵਾਲੇ ਜਿਹੜੇ ਮੂਰਤੀਆਂ ਰੱਖੇ ਬੈਠੇ ਸਨ ਉੱਥੇ ਹਦੂਦ ਦੇ ਵਿੱਚ ਵੀ ਦਰਬਾਰ ਸਾਹਿਬ ਦੇ। ਜਦੋਂ ਇਹ ਗਦਰੀ ਯੋਧੇ ਉੱਥੇ ਵਾਪਸ ਜਾਂਦੇ ਨੇ, ਇਹਨਾਂ ਨੂੰ ਵੀ ਸਰਕਾਰ ਦੇ ਵਿਰੁੱਧ ਚੱਲਣ ਦੇ ਕਾਰਨ ਕਈ ਤਰ੍ਹਾਂ ਦੇ ਫਤਵਿਆਂ ਦਾ ਸਾਹਮਣਾ ਕਰਨਾ ਪੈਂਦਾ। ਪਰ ਉਹਨਾਂ ਹੀ ਜੁਝਾਰੂਆਂ, ਜਿਨ੍ਹਾਂ ਦੇ ਵਿੱਚੋਂ ਬੱਬਰ ਅਕਾਲੀ ਲਹਿਰ ਦੇ ਯੋਧੇ ਮਾਸਟਰ ਮੋਤਾ ਸਿੰਘ ਜੀ ਜਾਂ ਕਿਸ਼ਨ ਸਿੰਘ ਗੜਗੱਜ, ਜਾਂ ਇੱਥੋਂ ਗਏ ਸਾਡੇ ਮਹਾਨ ਯੋਧੇ ਬੱਬਰ ਅਕਾਲੀ, ਉਹਨਾਂ ਸਾਰਿਆਂ ਨੇ ਮਿਲ ਕੇ ਫਿਰ ਉਹਨਾਂ ਨੂੰ ਬਕਾਇਦਾ ਤੌਰ 'ਤੇ ਕੌਮੀ ਸਤਿਕਾਰ ਦਿੱਤਾ। ਜਦੋਂ ਮੈਂ ਇਸ ਪੰਨੇ ਨੂੰ ਵੀ ਦੇਖਦਾ ਤਾਂ ਅਧੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਕੇਵਲ ਇੰਨਾ ਕੁ ਕਿ ਜਿਹੜੇ ਅੰਗਰੇਜ਼ਾਂ ਦੇ ਸਰਬਰਾਹ ਦੇ ਕਿਹਾ ਨੂੰ ਤਾਂ ਹੁਕਮਨਾਮਾ ਕਹਿ ਦਿੱਤਾ ਜਾਂਦਾ ਹੈ, ਪਰ ਅਸਲ ਸਿੱਖਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਤੇ ਸਰਬਰਾਹਾਂ ਨੂੰ ਰੱਦ ਕੀਤਾ ਗਿਆ, ਉਸ ਨੂੰ ਛੁਪਾ ਲਿਆ ਜਾਂਦਾ ਇੱਕ ਚਾਲ ਤੇ ਇੱਕ ਚੁਸਤੀ ਦੇ ਨਾਲ। ਇਹਦੀ ਮੈਂ ਮਿਸਾਲ ਦੇਣੀ ਚਾਹੂੰਗਾ ਕਿ ਸ਼ਾਇਦ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਕਿਤਾਬ ਛੋਟੀ ਜਿਹੀ ਛਾਪੀ ਹੈ ਜੀ ਅਕਾਲ ਤਖਤ ਦੇ ਜਥੇਦਾਰਾਂ ਬਾਰੇ, ਜੀ ਵਿਸਾਖਾ ਸਿੰਘ ਦਾ ਇਤਿਹਾਸ ਉਹ 'ਚੋਂ ਅਲੋਪ ਹੈ, ਉਹਦਾ ਜਵਾਬ ਉਹ ਦੇਣ ਕਿਉਂ ਅਲੋਪ ਹੈ। ਜੀ ਜਿੱਦ ਤੱਕ ਮੇਰੀ ਤੁਸੀਂ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਵਾਂ, ਮੇਰਾ ਇਹ ਮੰਨਣਾ ਕਿ ਵਿਸਾਖਾ ਸਿੰਘ ਨੂੰ ਇੱਕ ਦੌਰ ਤੇ ਜਥੇਦਾਰ ਦਾ ਅਕਾਲ ਤਖਤ ਮਾਨਤਾ ਮਿਲੀ ਸੀ, ਬਿਲਕੁਲ ਜੀ, ਔਰ ਉਹਨਾਂ ਨੇ ਆ ਕੇ ਸਾਰਾ ਕੁਝ ਕੀਤਾ ਜੀ। ਪਰ ਉਹਨਾਂ ਦਾ ਨਾਮ ਵਿੱਚੋਂ ਅਲੋਪ ਹੋਣਾ ਉਸ ਕਿਤਾਬ 'ਚੋਂ, ਇਹਦੇ ਕੀ ਮਾਣੇ ਨੇ, ਕੀ ਅਰਥ ਕੱਢਿਆ ਜਾਵੇ? ਕਿਧਰੇ ਨਾ ਕਿਧਰੇ ਬੇਈਮਾਨੀ ਇਸ ਕਿਸਮ ਦੀ ਹੋਈ ਹੈ। ਉਸ ਗੱਲ ਨੂੰ ਘਟਾ ਕੇ ਵੇਖਿਆ ਗਿਆ। ਉਲਟ ਗੱਲ ਇਹ ਕਿ ਜਿਸ ਕਿਸਮ ਦੇ ਪੁਜਾਰੀ ਉਸ ਵੇਲੇ ਭਾਰੂ ਸੀਗੇ ਹਾਂਜੀ ਗੁਰਦੁਆਰਾ ਸਾਹਿਬ ਦੇ ਉੱਤੇ, ਅੱਜ ਉਹੋ ਜਿਹੇ ਪੁਜਾਰੀ ਜਿਹੜੇ ਨੇ ਦੁਬਾਰੇ ਮੁੜ ਭਾਰੂ ਨੇ, ਜਿਹੜੇ ਕਿ ਮੋਦੀ ਦੇ ਵੀ ਭਗਤ ਨੇ, ਪਿਛਲੀਆਂ ਸਰਕਾਰਾਂ ਦੇ ਵੀ ਝੋਲੀ ਚੁੱਕ ਬਣੇ ਰਹੇ ਨੇ, ਬਾਦਲਾਂ ਦੇ ਝੋਲੀ ਚੁੱਕ ਰਹੇ ਨੇ। ਇੱਥੋਂ ਤੱਕ ਕਿ ਜਿਹੜੀਆਂ ਸੰਸਥਾਵਾਂ ਇੱਥੇ ਖੜੀਆਂ ਕੀਤੀਆਂ ਗਈਆਂ ਕੈਨੇਡਾ ਵਿੱਚ ਵੀ, ਉੱਥੇ ਕਾਬਜ਼ ਵੀ ਉਹ ਲੋਕ ਜਿਹੜੇ ਉਸ ਕਿਸਮ ਦੀਆਂ ਰੁਚੀਆਂ ਰੱਖਦੇ ਆ। ਮਿਸਾਲ ਦੇ ਤੌਰ ਤੇ ਇੱਕ ਰੈਲੀ ਜਿਹੜੀ ਐਤਵਾਰ ਨੂੰ ਹੋਈ ਹੈ 84 ਦੇ ਕਤਲੇਆਮ ਨੂੰ ਲੈ ਕੇ, ਹਾਂਜੀ, ਉੱਥੇ ਇਹ ਧਿਰਾਂ ਕਿੱਥੇ ਸੀਗੀਆਂ? ਕੋਈ ਗਦਰ ਪਾਰਟੀ ਦੀ ਪੂੰਛ ਲਾਈ ਫਿਰਦਾ, ਕੋਈ ਗਦਰ ਪਾਰਟੀ ਦੇ ਨਾਂ ਤੇ ਮੇਲੇ ਕਰਾਉਂਦਾ, ਕੋਈ ਕਹਿੰਦਾ ਜੀ ਗਦਰੀਆਂ ਦੇ ਅਸੀਂ ਵਾਰਸ ਹਾਂ ਕਿਉਂਕਿ ਅਸੀਂ ਉਸ ਗੁਰੂ ਘਰ ਨੂੰ ਚਲਾ ਰਹੇ ਹਾਂ ਜਿੱਥੇ ਕਿਸੇ ਵੇਲੇ ਜਿਹਨੂੰ ਗਦਰੀਆਂ ਨੇ ਕਾਇਮ ਕੀਤਾ ਸੀਗਾ। ਕੋਈ ਕਹਿੰਦਾ ਜੀ ਮੇਰਾ ਬਾਬਾ, ਕੋਈ ਕਹਿੰਦਾ ਮੇਰਾ ਦਾਦਾ ਕਾਮਾਗਾਟਾ ਮਾਰੂ ਜਹਾਜ਼ ਤੇ ਸਵਾਰ ਸੀਗਾ। ਕਿੱਥੇ ਸੀ ਤੁਸੀਂ ਫਿਰ? ਜਦੋਂ ਐਡਾ ਵੱਡਾ ਅਨਿਆਂ ਹੋਇਆ ਉਸ ਦੀ ਵਰ੍ਹੇਗੰਢ ਅਸੀਂ ਮਨਾ ਰਹੇ ਹਾਂ, ਤੇ ਤੁਹਾਡੀ ਗੈਰ ਹਾਜ਼ਰੀ ਕਿਉਂ ਹੈ ਜੇ ਤੁਸੀਂ ਐਡੇ ਸੈਕੂਲਰਵਾਦੀ ਹੋ? ਜੀ। ਸੋ ਤਾਂ ਕਰਕੇ ਇਹ ਗੱਲਾਂ ਜਦੋਂ ਆਪਾਂ ਵੇਖਦੇ ਹਾਂ ਉਦੋਂ ਪਰੇਸ਼ਾਨੀ ਬਹੁਤ ਹੁੰਦੀ। ਇੱਕ ਕਰਤਾਰ ਸਿੰਘ ਸਰਾਭਾ ਹੋਰਾਂ ਬਾਰੇ ਵਿਸ਼ੇਸ਼ ਗੱਲ ਜ਼ਰੂਰ ਕਰਨੀ ਚਾਹਾਂਗੇ, ਕਿਉਂਕਿ ਕਰਤਾਰ ਸਿੰਘ ਸਰਾਭਾ ਦੇ ਬਾਰੇ ਜ਼ਿਕਰ ਹੈ ਕਿ ਜਦੋਂ ਵਾਪਸ ਵੀ ਆ ਗਏ, ਇੱਥੋਂ ਤੱਕ ਕਿ ਸਰਹੱਦ ਪਾਰ ਕਰਨ ਲਈ ਬਚ ਸਕਦੇ ਸੀ ਜਦੋਂ ਉਹਨਾਂ ਦੇ ਬਕਾਇਦਾ ਗ੍ਰਿਫਤਾਰੀ ਦੇ ਜਾਂ ਉਹਨਾਂ ਦੇ ਸਿਰ ਤੇ ਨਾਮ ਸੀ, ਤੇ ਉਸ ਵੇਲੇ ਪਾਰ ਕਰਦੇ ਆਪਣੀ ਹੀ ਗਦਰ ਦੀ ਇੱਕ ਜਿਹੜੀ ਨਜ਼ਮ ਸੀ, ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ, ਉਹ ਜਦੋਂ ਗੁਣਗੁਣਾਉਂਦੇ ਜਦੋਂ ਦਿਮਾਗ 'ਚ ਆਈ ਤੇ ਉੱਥੇ ਹੀ ਕਦਮ ਰੁਕ ਗਏ ਤੇ ਵਾਪਸ ਵਰਤ ਆਏ। ਕਹਿੰਦੇ ਇਹ ਕਿਸੇ ਸਮੇਂ ਇਹ ਕਵਿਤਾ ਅਸੀਂ ਪ੍ਰਕਾਸ਼ਿਤ ਕੀਤੀ ਸੀ, ਇਸ ਨੂੰ ਸਾਂਝਾ ਕੀਤਾ ਸੀ ਤੇ ਆ ਕੇ ਆਪਣੇ ਬਚਨਾਂ ਤੇ ਡਟੇ। ਏਡੀ ਦ੍ਰਿੜਤਾ ਇਹਨਾਂ ਲੋਕਾਂ ਦੀ ਜਿਹੜੀ ਦੇਖਦੇ ਆ ਅੱਜ ਵੀ ਅਖਬਾਰੀ ਪੱਤਰਕਾਰ ਨੇ, ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਗਦਰ ਦੇ ਨਾਂ ਤੇ ਬਹੁਤ ਸਾਰੀਆਂ ਜਿਹੜੀਆਂ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਪੱਤਰਕਾਵਾਂ ਵੀ ਚੱਲਦੀਆਂ ਨੇ, ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ ਨੇ, ਛਾਪਿਆ ਵੀ ਉਵੇਂ ਜਾਂਦਾ ਹੈ। ਪਰ ਅਕਸਰ ਜਦੋਂ ਅਸੀਂ ਇਹਨਾਂ ਯੋਧਿਆਂ ਨੂੰ ਦੇਖਦੇ ਹਾਂ ਕਿ ਇਹ ਸ਼ਹੀਦ ਪੱਤਰਕਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਪੱਤਰਕਾਰ ਬਾਬੂ ਹਰਨਾਮ ਸਿੰਘ ਕਾਰੀਸਾਰੀ, ਇਹ ਸਾਡੇ ਰੋਲ ਮਾਡਲ ਜਿਹੜੇ ਨੇ ਅੱਜ ਸਾਨੂੰ ਕੀ ਪ੍ਰੇਰਨਾ ਦਿੰਦੇ ਨੇ? ਪ੍ਰੇਰਨਾ ਇਹੀ ਦਿੰਦੇ ਕਿ ਤੁਸੀਂ ਜਿਹੜਾ ਲੋਕਾਂ ਲਈ ਪੱਤਰਕਾਰੀ ਕਰੋ, ਨਾ ਕਿ ਜੋਕਾਂ ਲਈ। ਜੇ ਪੱਤਰਕਾਰ ਬਣਨਾ ਹੀ ਹੈ ਤਾਂ ਲੋਕਾਂ ਦੇ ਪੱਤਰਕਾਰ ਬਣੋ। ਅੱਜ ਜੋਕਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਦੀ ਭਰਮਾਰ ਆ। ਗੋਦੀ ਮੀਡੀਆ ਇਸ ਵੇਲੇ ਬਹੁਤ ਲਾਚੜਿਆ ਹੋਇਆ, ਸੋ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁਝ ਸਿੱਖ ਲਓ ਉਹਨਾਂ ਗਦਰੀਆਂ ਤੋਂ ਜਿਨ੍ਹਾਂ ਨੇ ਘਰ ਫੂਕ ਤਮਾਸ਼ਾ ਦੇਖ ਦੀ ਪਾਲਿਸੀ ਅਨੁਸਾਰ ਅਖਬਾਰਾਂ ਚਲਾਈਆਂ, ਲੋਕਾਂ ਦੇ ਹੱਕ 'ਚ ਭੁਗਤੇ। ਤਾਂ ਕਰਕੇ ਉਹਨਾਂ ਦੀ ਕਵਿਤਾ ਵੀ ਜਿਉਂਦੀ ਆ, ਤਾਂ ਕਰਕੇ ਉਹਨਾਂ ਦਾ ਵਾਰਤਕ ਵੀ ਜਿਉਂਦਾ ਆ। ਜਿਹੜਾ ਕੂੜ ਇਹ ਲਿਖ ਰਹੇ ਆ, ਇਹਦਾ ਕੋਈ ਗਾਹਕ ਨਹੀਂ ਹੋਣਾ। ਉਲਟ ਗੱਲ ਇਹੋ ਜਿਹੇ ਜਾਲੀ ਕਿਸਮ ਦੇ ਪੱਤਰਕਾਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਿਨ੍ਹਾਂ ਨੂੰ ਪਤਾ ਨਹੀਂ ਕਿਸ ਨੇ ਗੋਲੀ ਮਾਰੀ, ਕਿਉਂ ਮਾਰੀ, ਅਜੇ ਤੱਕ ਨਹੀਂ ਪਤਾ ਲੱਗ ਰਿਹਾ, ਤੇ ਮਾਰ ਐਡਾ ਵੱਡਾ ਸ਼ਹੀਦ ਦਾ ਖਿਤਾਬ ਦੇ ਦਿੱਤਾ ਗਿਆ। ਬਸ ਜਦੋਂ ਕਿ ਸਾਡੇ ਆਪਣੇ ਕੋਲ ਐਡਾ ਗੌਰਵਮਈ ਇਤਿਹਾਸ ਹੈ ਗਦਰੀਆਂ ਦੇ, ਗਦਰ ਅਖਬਾਰ ਦਾ, ਬੱਬਰ ਅਕਾਲੀ ਅਖਬਾਰ ਦਾ, ਅਸੀਂ ਉਹਨਾਂ ਵੱਲ ਦੇਖੀਏ, ਸਾਡੇ ਅਸਲ ਰੋਲ ਮਾਡਲ ਉਹੀ ਨੇ।
ਜਿਹੜੇ ਸਾਨੂੰ ਇਹ ਦੱਸ ਰਹੇ ਨੇ ਕਿ ਲੋਕਾਂ ਲਈ ਪੱਤਰਕਾਰੀ ਕਰੋ, ਲੋਕਾਂ ਦੇ ਹੱਕ ਸੱਚ ਇਨਸਾਫ ਦੀ ਗੱਲ ਕਰੋ। ਪੱਤਰਕਾਰੀ ਉਹ ਹੈ। ਗਦਰ ਦੇ ਸਾਹਿਤ ਦੀ ਗੱਲ ਕਰਨੀ ਵੀ ਬਣਦੀ ਹੈ। ਗਦਰ ਦਾ ਸਾਹਿਤ ਗਿਆਨੀ ਕੇਸਰ ਸਿੰਘ ਨਾਵਲਿਸਟ, ਉਹਨਾਂ ਨੇ ਸੰਪਾਦਨ ਕੀਤਾ 2 ਰੂਪਾਂ ਦੇ ਵਿੱਚ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਛਾਪਿਆ। ਗਦਰ ਲਹਿਰ ਦੀ ਕਵਿਤਾ, ਗਦਰ ਲਹਿਰ ਦਾ ਵਾਰਤਕ ਬੜੀ ਕਮਾਲ ਦੀ ਹੈ। ਬਹੁਤ ਉਹਦੇ 'ਚ ਸੰਪਾਦਕੀਆਂ ਵੀ ਨੇ ਅਤੇ ਉਹਦੇ 'ਚ ਨਾਲ ਕਵਿਤਾਵਾਂ ਵੀ ਨੇ। ਕਈ ਵਾਰ ਸਾਹਿਤਕ ਸਭਾਵਾਂ ਦੇ ਇਕੱਠਾਂ ਦੇ ਵਿੱਚ ਆਮ ਚਰਚਾ ਛਿੜੀ ਜਾਂਦੀ ਹੈ, ਜਿਹੜੇ ਕਿ ਅੱਜ ਕੱਲ੍ਹ ਦੇ ਸਥਾਪਤ ਲੇਖਕ ਨੇ ਜਾਂ ਜਿਹੜੇ ਕਾਵ ਖੇਤਰ ਦੇ ਆਪਣੇ ਆਪ ਨੂੰ ਮਾਹਰ ਸਮਝਦੇ ਨੇ, ਉਹਨਾਂ ਨੇ ਕਈ ਤਰ੍ਹਾਂ ਦੀਆਂ ਲੀਲਾਵਾਂ ਰਚਾ ਕੇ ਕਈ ਤਰ੍ਹਾਂ ਦੇ ਆਪਣੇ ਆਧਾਰ ਵੀ ਬਣਾਏ ਨੇ। ਪਰ ਉਹਨਾਂ ਦੇ ਵਿੱਚੋਂ ਕਈ ਇਸ ਤਰ੍ਹਾਂ ਦੇ ਹਵਾਲੇ ਦਿੰਦੇ ਨੇ ਕਿ ਦੇਖੋ ਜੀ, ਗਦਰ ਲਹਿਰ ਦੀ ਕਵਿਤਾ ਦੀ ਸ਼ਬਦਾਵਲੀ ਜਿਹੜੀ ਹੈ ਉਹ ਢੁਕਵੀਂ ਨਹੀਂ ਹੈ। ਉਹਦੇ 'ਚ ਸਿੱਧੇ ਨਿਸ਼ੰਗ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਕਿ ਕਾਵ ਰੂਪ ਨੂੰ ਪ੍ਰਭਾਵਿਤ ਨਹੀਂ ਕਰਦੇ। ਜਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਤਰ੍ਹਾਂ ਕਵਿਤਾ ਨਹੀਂ ਹੁੰਦੀ, ਅਸਲ ਦੇ ਵਿੱਚ ਕਵਿਤਾ ਜਿਹੜੀ ਹੈ ਉਹਦੇ 'ਚ ਸੋਹਜ ਹੋਣਾ ਚਾਹੀਦਾ, ਸੌਂਦਰਿਆ ਹੋਣਾ ਚਾਹੀਦਾ, ਇਹ ਸਤਿਅਮ ਸ਼ਿਵਮ ਸੁੰਦਰਮ, ਇਸ ਤਰ੍ਹਾਂ ਦੀ ਕਈ ਕੋਟੇਸ਼ਨ ਦਿੰਦੇ ਨੇ। ਪਰ ਲੋਕਾਂ ਨੂੰ ਮੈਂ ਹੈਰਾਨ ਆ ਕਿ ਗਦਰ ਦੀ ਕਵਿਤਾ ਤਾਂ ਅੱਜ ਵੀ ਯਾਦ ਹੈ। ਬਹੁਤ ਸਾਰੀਆਂ ਕਵਿਤਾਵਾਂ, ਜਿਵੇਂ ਬੜੀ ਪ੍ਰਚਲਿਤ ਕਵਿਤਾ ਇੱਕ ਹੈ, ਉਹ ਹੈ ਬਾਹਰ ਮਿਲਣ ਧੱਕੇ ਘਰੇ ਮਿਲੇ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ, ਜਾਂ ਹਿੰਦਵਾਸੀਓ ਰੱਖਣਾ ਯਾਦ ਸਾਨੂੰ, ਜਾਂ ਸ਼ਹੀਦੋਂ ਕੀ ਚਿਤਾਓਂ ਪਰ, ਬਹੁਤ ਕੁਛ ਇਸ ਤਰ੍ਹਾਂ। ਪਰ ਉਹ ਅੱਜ ਦੇ ਜਿਹੜੇ ਇਹੋ ਜਿਹੇ ਕਵੀ ਨੇ, ਉਹਨਾਂ ਨੂੰ ਆਪਣੀ ਕਵਿਤਾ ਖੁਦ ਨੂੰ ਵੀ ਯਾਦ ਨਹੀਂ ਹੁੰਦੀ। ਪਹਿਲੀ ਗੱਲ ਹੈ ਕਿ ਜਿਹੜੇ ਅੱਜ ਦੇ ਕਵੀ ਨੇ ਉਹਨਾਂ ਦਾ ਮੁਕਾਬਲਾ ਹੀ ਕੀ ਹੈ? ਕੀ ਇਹ ਤਾਂ ਲੀਪਾ ਪੂਚੀ ਵਾਲੇ ਕਵੀ ਨੇ, ਅਤੇ ਇਹਨਾਂ ਤੋਂ ਇਹੀ ਆਸ ਕੀਤੀ ਜਾ ਸਕਦੀ ਹੈ। ਇਤਰ ਫਲੇਲੇ ਵਾਲੇ ਲੇਖਕ ਨੇ, ਇਹਨਾਂ ਕੋਲ ਕੋਈ ਕੰਮ ਦੀ ਗੱਲ ਤਾਂ ਹੈ ਨਹੀਂ ਕਰਨ ਦੀ, ਨਾ ਇਹ ਲੋਕਾਂ ਲਈ ਕਦੇ ਖੜੇ ਆ। ਜੋਕਾਂ ਨਾਲ ਖੜਨ ਵਾਲੇ ਇਹ ਲਿਖਾਰੀ ਨੇ, ਔਰ ਇਹਨਾਂ ਨੂੰ ਆਦਤ ਪਈ ਗਰਾਂਟਾਂ ਲੈ ਕੇ ਕਿਤਾਬਾਂ ਛਾਪਣ ਦੀ। ਉੱਦਾਂ ਗਦਰੀਆਂ ਦੀਆਂ ਕਿਤਾਬਾਂ ਛਾਪਣਗੇ ਅਤੇ ਗਦਰੀਆਂ ਦੀ ਕਵਿਤਾਵਾਂ ਨੂੰ ਖਿਲਾਫ ਜ਼ਹਿਰ ਉਗਲਣਗੇ। ਇਹਨਾਂ ਅਕਿਰਤਕਨ ਲੋਕਾਂ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਇਹੀ ਕਹਿ ਸਕਦੇ ਹਾਂ ਕਿ ਤੁਹਾਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ, ਤੁਹਾਡੀਆਂ ਜਿਹੜੀ ਕਿਤਾਬਾਂ ਨੇ ਮਣਾ ਮੂੰਹੀ ਉਸਦਾ ਭਾਰ ਵਧਿਆ ਹੋਇਆ, ਉਹ ਪਤਾ ਨਹੀਂ ਸ਼ਾਇਦ ਤੁਹਾਡੇ ਜਾਣ ਤੋਂ ਬਾਅਦ ਵੀ ਇੱਦਾਂ ਹੀ ਰਹੂਗਾ। ਪਰ ਜਿਹੜੀ ਗਦਰ ਕਵਿਤਾ ਸਰਲ ਭਾਸ਼ਾ 'ਚ ਲਿਖੀ ਹੋਈ ਲੋਕਾਂ ਦੀ ਕਵਿਤਾ ਅੱਜ ਵੀ ਲੋਕਾਂ ਦੇ ਕੰਠ ਹੈ, ਕਿਉਂਕਿ ਉਹ ਲੋਕਾਂ ਦੀ ਗੱਲ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਐਡੇ ਵੱਡੇ ਯੋਧਿਆਂ ਨੂੰ ਇਹੋ ਜਿਹੇ ਲੱਲੀ ਛਲੀ ਤੋਂ ਕੀ ਸਰਟੀਫਿਕੇਟ ਲੈਣੇ? ਸੋ ਇਹ ਆਪਣਾ ਜਿਹੜਾ ਭੁੱਸ ਪੂਰਾ ਕਰਦੇ ਕਰੀ ਚੱਲਣ। ਪਰ ਮੈਂ ਇਹ ਗੱਲ ਕਹੂੰਗਾ, ਜਿਹੜੀ ਗਿਆਨੀ ਕੇਸਰ ਸਿੰਘ ਦੀ ਕਿਤਾਬ ਆ, ਸਮੁੱਚਾ ਜਿਹੜਾ ਕਾਵ ਸੰਗ੍ਰਹਿ ਗਦਰੀਆਂ ਦਾ, ਉਹ ਮੈਂ ਜਦੋਂ ਪੜ੍ਹਿਆ ਤੇ ਮੈਂ ਹਰ ਇੱਕ ਨੂੰ ਕਹੂੰਗਾ ਜ਼ਰੂਰ ਪੜ੍ਹੇ। ਉਸਨੂੰ ਪੜ੍ਹਨ ਦਾ ਕਾਰਨ ਮੈਂ ਦੱਸਣਾ ਕਿਉਂ। ਇੱਕ ਤਾਂ ਉਹ ਗਦਰ ਪਾਰਟੀ ਦੇ ਇਤਿਹਾਸ ਨੂੰ ਸਮਝਣ ਲਈ ਇੱਕ ਮੌਲਿਕ ਦਸਤਾਵੇਜ਼ ਹੈ। ਉਹਦੇ 'ਚ ਸਾਰੇ ਸ਼ੇਡ ਨੇ। ਗਦਰ ਪਾਰਟੀ ਦੀ ਸਥਾਪਨਾ ਨੂੰ ਸਮਝਣਾ ਹੋਵੇ, ਗਦਰ ਕਵਿਤਾਵਾਂ ਤੁਹਾਨੂੰ ਸਹਾਈ ਹੋਣਗੀਆਂ। ਕਿੱਥੋਂ ਬੂਟਾ ਲੱਗਾ ਇਹਦਾ ਵੀ ਤੁਹਾਨੂੰ ਆਈਡੀਆ ਹੋ ਜਾਊਗਾ। ਉਸ ਵੇਲੇ ਹਾਲਾਤ ਕੀ ਚੱਲ ਰਹੇ ਸੀ, ਨਸਲਵਾਦ ਕਿਵੇਂ ਚੱਲ ਰਿਹਾ ਸੀ, ਉਹਦੇ ਸ਼ੇਡ ਵੀ ਤੁਹਾਨੂੰ ਉਹਨਾਂ ਕਵਿਤਾਵਾਂ 'ਚ ਮਿਲਣਗੇ। ਔਰ ਅਗਲਾ ਨਿਸ਼ਾਨਾ ਕੀ ਸੀ ਉਹਨਾਂ ਦਾ, ਔਰ ਡੰਕੇ ਦੀ ਚੋਟ 'ਤੇ ਕੀ ਕਹਿ ਰਹੇ ਸੀ। ਇਹਨੂੰ ਸਮਝਣ ਲਈ ਉਹ ਗਦਰ ਪਾਰਟੀ ਦੀਆਂ ਸਾਰੀਆਂ ਕਵਿਤਾਵਾਂ ਪੜ੍ਹ ਲਓ, ਤੁਹਾਨੂੰ ਇੱਕ ਬੁਨਿਆਦੀ ਤਸਵੀਰ ਤੁਹਾਡੇ ਸਾਹਮਣੇ ਹੋਵੇਗੀ। ਜਦੋਂ ਤੁਸੀਂ ਉਹਨਾਂ ਦੇ ਇਤਿਹਾਸ ਦੀ ਜਾਂ ਉਹਨੂੰ ਲਗਾਤਾਰਤਾ ਦੇ ਵਿੱਚ ਪੜ੍ਹਨ ਦੀ ਗੱਲ ਕੀਤੀ ਹੈ, ਤਾਂ ਮੈਂ ਤਕਰੀਬਨ ਆਪਣੇ ਰਿਸਰਚ ਪੇਪਰ ਦੇ ਵਿੱਚ ਵੀ ਉਸ ਸਮੇਂ ਤੋਂ 1913 ਤੋਂ ਲੈ ਕੇ ਲਗਾਤਾਰ ਜਿਹੜੇ ਗਦਰ ਦੇ ਅਖਬਾਰ ਛਪਦੇ ਰਹੇ, ਉਹਨਾਂ ਦੇ ਅਖਬਾਰਾਂ ਦੇ ਅੰਕ ਅਤੇ ਉਹਨਾਂ ਦੇ ਫਰੰਟ ਪੇਜ ਜਿਹੜੇ ਆ ਉਹ ਦੇਖੇ। ਕਾਫੀ ਨੇੜਿਓਂ ਇਹਨਾਂ ਕਿਤਾਬਾਂ ਦੇ ਵਿੱਚ ਹਵਾਲੇ ਨੇ, ਹੋਰ ਕਈ ਖੋਜਕਾਰ ਉਹਨਾਂ ਨੂੰ ਲਿਖ ਚੁੱਕੇ ਨੇ। ਪਰ ਜਿਹੜੀ ਇੱਕ ਦਿਲਚਸਪ ਗੱਲ ਹੈ ਉਹ ਅੱਜ ਆਪਾਂ ਸਾਂਝੀ ਕਰਨੀ ਚਾਹਾਂਗੇ ਕਿ ਇਸ ਦੇ ਵਿੱਚ ਵੀ ਕਿਸ ਤਰ੍ਹਾਂ ਤਬਦੀਲੀ ਆਉਂਦੀ ਰਹੀ ਹੈ। ਜਦੋਂ ਪਹਿਲਾ ਅੰਕ ਗਦਰ ਦਾ ਛਪਦਾ 1 ਨਵੰਬਰ ਨੂੰ, ਤਾਂ ਉਹਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਾਵਨ ਪੰਕਤੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਂਡ ਕੀਜੇ, ਇਹਨੂੰ ਜੋ ਚਿਤ ਪ੍ਰੇਮ ਖੇਲਣ ਕਾ ਚਾਓ ਦੇ ਰੂਪ ਦੇ ਵਿੱਚ ਲਿਖਿਆ ਜਾਂਦਾ, ਅੰਕਿਤ ਕੀਤਾ ਜਾਂਦਾ ਹੈ। ਜਦੋਂ ਇਹ ਯੋਧੇ ਜਿਹੜੇ ਅਸਲ ਮੋਢੀ ਯੋਧੇ ਸਨ, ਇਸ ਦੇ ਪਾਰਟੀ ਦੀ ਇੱਥੇ ਅਗਵਾਈ ਦੇ ਰਹੇ ਸਨ। ਪਰ ਜਿਵੇਂ ਜਿਵੇਂ ਸਮਾਂ ਬਦਲਦਾ, ਇਹ ਯੋਧੇ ਭਾਰਤ ਦੇ ਵਿੱਚ ਜਾ ਕੇ ਸ਼ਹੀਦ ਹੋ ਜਾਂਦੇ ਨੇ। ਸੰਤੋਖ ਸਿੰਘ ਧਰਦਿਓ ਵਰਗੇ ਜਿਹੜੇ ਯੋਧੇ ਸਨ, ਜਾਂ ਉਹਨਾਂ ਦੇ ਅਗਵਾਈ ਕਰਨ ਵਾਲੇ ਜਿਹੜੇ ਹੌਲੀ ਹੌਲੀ ਬਦਲਦੇ ਜਾਂਦੇ ਨੇ। ਅਮਰੀਕਾ ਦੇ ਵਿੱਚ ਗਦਰ ਦੇ ਜਿਹੜੀ ਸੰਸਥਾ ਹੈ ਉਸ ਨੂੰ ਆਪਣੇ ਨਾਂ 'ਤੇ ਰਜਿਸਟਰ ਕਰ ਲਿਆ ਜਾਂਦਾ, ਅਖਬਾਰ ਨੂੰ ਵੀ ਆਪਣੀ ਨਿੱਜੀ ਸੰਪਤੀ ਦੇ ਤੌਰ 'ਤੇ। ਫਿਰ ਇਸ ਦੀ ਜ਼ਿੰਮੇਵਾਰੀ ਰਾਮਚੰਦਰ ਕੋਲ ਆ ਜਾਂਦੀ ਹੈ। ਜਦੋਂ ਬਦਲਦਾ ਸਮਾਂ, ਤੇ ਉਹ ਗੁਰਬਾਣੀ ਦੀ ਲਾਈਨ ਵੀ ਉੱਡ ਜਾਂਦੀ ਹੈ, ਉੱਥੋਂ ਉਹ ਸ਼ਬਦ ਵੀ ਉੱਡ ਜਾਂਦੇ ਨੇ, ਉਸ ਦਾ ਮੂਲ ਜਿਹੜਾ ਪਾਠ ਹੈ ਉਹ ਵੀ ਬਦਲ ਜਾਂਦਾ ਹੈ, ਅਤੇ ਉਹਨੂੰ ਬੰਦੇ ਮਾਤਰਮ ਦਾ ਜਿਹੜਾ ਮਾਹੌਲ ਉਸ ਦੇ ਵਿੱਚ ਅੱਗੇ ਚੱਲਦਾ। ਫਿਰ ਹੋਰ ਇੱਕ ਚੀਜ਼ ਆਈ ਹੈ ਜਿਹੜੀ ਮੈਂ ਹੈਰਾਨ ਹੋ ਗਿਆ ਕਿ ਇਸ ਪਾਰਟੀ ਦੇ ਮੋਢੀਆਂ ਦੀ ਕਿੱਡੀ ਵੱਡੀ ਦੇਣ ਸੀ, ਕਿੰਨਾ ਉਹਨਾਂ ਦਾ ਦੇਣ ਦਾ ਕਮਿਟਮੈਂਟ ਦਾ ਇੱਕ ਇਤਿਹਾਸ ਹੈ। ਪਰ ਉਹੀ ਗਦਰ ਲਹਿਰ ਦੇ ਜੋ ਬਾਅਦ ਦੇ ਵਿੱਚ ਕਾਬਜ਼ ਸਨ, ਉਹਨਾਂ ਦਾ ਹਸ਼ਰ ਕੀ ਹੁੰਦਾ ਹੈ। ਰਾਮ ਸਿੰਘ ਧੁਲੇਤਾ ਕੈਨੇਡਾ ਦਾ ਇੱਕ ਗਦਰੀ ਯੋਧਾ,
ਜਿਹੜਾ ਕਿ ਉਸ ਅਖਬਾਰ ਨੂੰ ਜਾਂ ਗਦਰ ਲਹਿਰ ਨੂੰ ਮਦਦ ਕਰਦਾ ਹੈ, ਜਾਨ ਤਲੀ ਤੇ ਧਰ ਕੇ ਲੜਦਾ ਹੈ, ਉਹ ਜਦੋਂ ਜਾ ਕੇ ਕਹਿੰਦਾ ਉਸ ਕਾਬਜ਼ ਧਿਰ ਨੂੰ ਕਿ ਤੁਸੀਂ ਇਹਨੂੰ ਨਿੱਜੀ ਸੰਮਤੀ ਨਾ ਬਣਾਓ, ਇਹ ਤਾਂ ਦੇਸ਼ ਭਗਤਾਂ ਦੀ, ਯੋਧਿਆਂ ਦੀ ਸੰਪਤੀ ਹੈ, ਤਾਂ ਉਸ ਤੇ ਕੇਸ ਦਰਜ ਕਰਾਏ ਜਾਂਦੇ ਨੇ, ਕੋਰਟ ਦੇ ਵਿੱਚ ਕੇਸ ਚੱਲਦਾ। ਆਖਰਕਾਰ ਕੋਰਟ ਦੇ ਵਿੱਚ ਕਸ਼ਮਕਸ਼ ਹੁੰਦੀ ਹੈ ਤੇ ਰਾਮ ਸਿੰਘ ਧਲੇਤਾ ਉਸ ਰਾਮਚੰਦਰ ਨੂੰ ਉੱਥੇ ਮਾਰਦਾ। ਬਾਅਦ ਦੇ ਵਿੱਚ ਜਿਹੜਾ ਸ਼ੈਰਫ ਹੈ ਗੋਲੀ ਮਾਰ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ। ਇਹ ਜਿਹੜਾ ਇਤਿਹਾਸ ਹੈ ਇਹ ਵੀ ਇੱਕ ਬੜਾ ਵਿਡੰਬਨਾਮਈ ਇਤਿਹਾਸ ਹੈ। ਬਿਲਕੁਲ ਵਿਡੰਬਨਾਮਈ ਇਤਿਹਾਸ ਹੈ ਔਰ ਇਸ ਵਿੱਚ ਗਦਰ ਪਾਰਟੀ ਅੰਦਰੂਨੀ ਜਿਹੜੀ ਦਿੱਕਤਾਂ, ਅੰਦਰੂਨੀ ਖਿੱਚੋਤਾਣ ਬਹੁਤ ਸਪਸ਼ਟ ਰੂਪ 'ਚ ਨਜ਼ਰ ਆ ਰਹੀ ਜੀ। ਕਿਧਰੇ ਨਾ ਕਿਧਰੇ ਦੇਖੋ ਗੱਲ ਇਸ ਤਰ੍ਹਾਂ ਕਿ ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਜਿਹੜਾ ਕਾਂਗਰਸੀਆਂ ਦਾ ਗਰਮ ਧੜਾ ਸੀ, ਹਾਂਜੀ, ਜਿਸ ਦੇ ਸਾਹਮਣੇ ਨਿਸ਼ਾਨਾ ਸੀ ਹਿੰਦੂ ਰਾਸ਼ਟਰ ਬਣਾਉਣ ਦਾ, ਜੀ, ਉਹਨੂੰ ਉਸ ਤੋਂ ਅਸੀਂ ਅੱਖੋਂ ਪਰੋਖੇ ਉਸ ਨੂੰ ਗੱਲ ਨਹੀਂ ਕਰ ਸਕਦੇ। ਹੈ, ਉਹਨਾਂ ਨਾਲ ਸਰੋਕਾਰ ਰੱਖਣ ਵਾਲੇ ਲੋਕਾਂ ਨੇ ਹੀ ਅੜੀਆਂ ਚੱਕ ਕੇ ਬੰਦੇ ਮਾਤਰਮ ਤੇ ਜ਼ੋਰ ਦਿੱਤਾ। ਹਾਂਜੀ, ਹਾਲਾਂਕਿ ਜਿਹੜਾ ਆਰਗੈਨਿਕ ਆਈਡੀਆ ਸੀ ਗਦਰ ਪਾਰਟੀ ਦਾ, ਜਿਹੜਾ ਕਿ ਮਤਲਬ ਸੇਧ ਲਈ ਗਈ ਸਿੱਖੀ ਤੋਂ ਜਾਂ ਪੰਜਾਬ ਦੀ ਧਰਤੀ ਤੋਂ, ਉਸ ਵਿੱਚ ਕੋਈ ਮਾੜੀ ਗੱਲ ਨਹੀਂ ਸੀ। ਹਾਂਜੀ, ਉਹਨੂੰ ਆਵਾਜ਼ ਧੁੰਦਲਾ ਕਰ ਲੈਣਾ, ਉਹਦੇ ਨਾਲ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਹਾਂ, ਲਾਲਾ ਹਰਦਿਆਲ ਵੀ ਬਾਅਦ 'ਚ ਆਪ ਹੀ ਜਿਹੜਾ ਹੈ ਆਪਣੀ ਕੰਟਰਾਡਿਕਸ਼ਨ ਵਿੱਚ ਫਸ ਗਿਆ। ਬਿਲਕੁਲ। ਕਿੱਥੇ ਸਫ਼ਰ ਸ਼ੁਰੂ ਹੋਇਆ ਸੀ ਅਸਟੋਰੀਆ ਵੇਲੇ, ਜਦੋਂ ਸਥਾਪਨਾ ਹੋਈ ਹੈ, ਬਾਅਦ 'ਚ ਉਹਦਾ ਰੂਪ ਦੇਖੋ ਕੀ ਕਾਇਆ ਕਲਪ ਕਿਵੇਂ ਹੋਈ ਹੈ। ਬਿਲਕੁਲ। ਸੋ ਇਹ ਕੁਝ ਹਕੀਕਤਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਔਰ ਇਸ ਦੇ ਵਿੱਚ ਤੁਹਾਨੂੰ ਇਨਸਾਫ ਕਰਨਾ ਪਊਗਾ। ਜਿੱਥੇ ਜਿੱਥੇ ਰੋਲ ਪੋਜ਼ਿਟਿਵ ਸੀਗਾ ਉੱਥੇ ਠੀਕ ਹੈ, ਰਿਕੋਗਨਾਈਜ਼ ਕਰੋ। ਜਿੱਥੇ ਬਾਅਦ 'ਚ ਗੜਬੜਾਂ ਹੋਈਆਂ ਉਹ ਵੀ ਧਿਆਨ 'ਚ ਰੱਖੋ, ਜੀ, ਜੀ, ਤਾਂ ਕਿ ਸਮੁੱਚੀ ਤਸਵੀਰ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇ। ਜੀ। ਸੋ ਗਦਰ ਪਾਰਟੀ ਦੀ ਆਪਣੇ ਵਿੱਚ ਇਸ ਤਰ੍ਹਾਂ ਦਿੱਕਤਾਂ ਸੀਗੀਆਂ, ਪਰ ਕੁੱਲ ਮਿਲਾ ਕੇ ਵੇਖਣਾ ਹੈ ਕਿ ਇੱਕ ਮੂਵਮੈਂਟ ਸੀ ਜਿਹੜੀ ਇੱਕ ਪ੍ਰਬੰਧ ਦੇ ਖਿਲਾਫ ਲੜ ਰਹੀ ਸੀ। ਹਾਂ, ਉਸ ਦੇ ਕੋਲ ਤਾਕਤ ਬਹੁਤ ਸੀਮਤ ਸੀ। ਜੀ। ਉਹਦੇ ਵਿੱਚ ਇਸ ਤਰ੍ਹਾਂ ਦੀਆਂ ਉਤਰਾਅ ਚੜ੍ਹਾਅ ਆਉਣੇ ਸੁਭਾਵਿਕ ਗੱਲ ਆ। ਅੱਜ ਵੀ ਕਈ ਮੂਵਮੈਂਟਾਂ ਨੇ ਜਿਸ ਵਿੱਚ ਉਤਰਾਅ ਚੜ੍ਹਾਅ ਆਉਂਦੇ ਆ। ਬਿਲਕੁਲ। ਪਰ ਕਈ ਵਾਰੀ ਮੂਵਮੈਂਟ ਜਿਹੜੇ ਉਦੇਸ਼ ਨਾਲ ਸ਼ੁਰੂ ਹੋਈ ਹੈ, ਉਦੇਸ਼ ਬੜਾ ਇਮਾਨਦਾਰ ਤੇ ਪਾਕ ਹੁੰਦਾ। ਜੀ। ਬਾਅਦ 'ਚ ਅਗਾਂਹ ਜਦੋਂ ਨਿਗਾਰ ਆ ਜਾਵੇ, ਉਹਦੇ ਲਈ ਫਿਰ ਉਹੀ ਜ਼ਿੰਮੇਵਾਰ ਮੰਨੇ ਜਾਣੇ ਚਾਹੀਦੇ ਜਿਹੜੇ ਨਿਗਾਰ ਲੈ ਕੇ ਆਏ ਆ। ਜੀ। ਸੋ ਮੈਂ ਇੱਦਾਂ ਸੋਚਦਾ। ਕੱਲ ਤੁਸੀਂ ਜਿਵੇਂ ਲਾਲਾ ਹਰਦਿਆਲ ਦੀ ਗੱਲ ਕੀਤੀ ਹੈ, ਜਦੋਂ ਗਦਰੀ ਨਿਖੇੜ ਕੇ ਉਹ ਇਸ ਹਿਸਾਬ ਨਾਲ ਦੇਖਦੇ ਆ, ਖਾਸ ਤੌਰ ਤੇ ਬਾਬਾ ਸੋਹਣ ਸਿੰਘ ਪਕਣਾ ਮੇਰੀ ਰਾਮ ਕਹਾਣੀ ਦੇ ਵਿੱਚ ਜਦੋਂ ਵੇਰਵਾ ਲਿਖਦੇ ਨੇ ਸਾਰਾ, ਕਿ ਕਿਸ ਤਰੀਕੇ ਨਾਲ ਲਾਲਾ ਹਰਦਿਆਲ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਛੱਡ ਕੇ ਚਲਿਆ ਗਿਆ ਲਹਿਰ, ਤੇ ਅਖੀਰ ਨੂੰ ਜਿਸ ਤਰ੍ਹਾਂ ਦੀ ਉਹਦੀ ਆਪਣੀ ਗੁਮਨਾਮ ਜ਼ਿੰਦਗੀ ਹੋ ਗਈ, ਉਹਨੇ ਕੁਝ ਵੀ ਨਾ ਸਵਾਰਿਆ, ਜਿਹੜਾ ਕਿ ਮੋਢੀ ਗਦਰੀ ਬਾਕੀ ਉਹਦੇ ਮੁਕਾਬਲਤਨ ਸਨ। ਪਰ ਇੱਕ ਹੋਰ ਰੈਫਰੈਂਸ ਉਹਨਾਂ ਨੇ ਦਿੱਤਾ, ਉਹ ਲਾਲਾ ਲਾਜਪਤ ਰਾਏ ਦਾ। ਕਈ ਥਾਈਂ ਖਾਸ ਕਰ ਉਹਨਾਂ ਨੇ ਉਹ ਜ਼ਿਕਰ ਕੀਤਾ ਕਿ ਗਦਰੀਆਂ ਦੇ ਕੇਸ ਲੜਨ ਦੇ ਵਾਸਤੇ ਪੈਸੇ ਇਕੱਠੇ ਕੀਤੇ ਗਏ, ਉੱਥੇ ਭੇਜੇ ਜਾਂਦੇ ਰਹੇ, ਪਰ ਉਹਨਾਂ ਨੂੰ ਦੁਰਉਪਯੋਗ ਕਰਕੇ ਉਸ ਵਿਅਕਤੀ ਨੇ ਜਿਸ ਤਰੀਕੇ ਨਾਲ ਨਿੱਜੀ ਹਿੱਤ ਲਈ ਵਰਤਿਆ। ਪਰ ਜਦੋਂ ਇਹੀ ਗਦਰੀ, ਜਿਨ੍ਹਾਂ ਦੇ ਵਿੱਚੋਂ ਭਾਈ ਬਲਵੰਤ ਸਿੰਘ ਜੀ ਇੰਡੀਆ ਗਏ, ਜਿਹੜੇ ਕਿ ਇੱਥੇ ਪਰਿਵਾਰਾਂ ਨੂੰ ਲਿਆਉਣ ਦੇ ਵਾਸਤੇ ਕੈਨੇਡਾ ਆਜ਼ਾਦੀ ਲਈ ਲੜਾਈ ਲੜ ਰਹੇ ਸਨ, ਨਸਲਵਾਦ ਦੇ ਖਿਲਾਫ ਲੜ ਰਹੇ ਸਨ, ਤੇ ਉਸੇ ਲਾਜਪਤ ਰਾਏ ਨੇ ਇਹ ਕਿਹਾ ਕਿ ਅਸੀਂ ਇਹਦਾ ਸਾਥ ਨਹੀਂ ਦੇਣਾ, ਕਿਉਂਕਿ ਇਹਦੀ ਲੜਾਈ ਸਿੱਖਾਂ ਲਈ ਹੈ, ਇਹਦੀ ਲੜਾਈ ਸਾਡੇ ਵਾਸਤੇ ਨਹੀਂ, ਤੇ ਉਹਨਾਂ ਨੂੰ ਨਿਖੇੜ ਦਿੱਤਾ। ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਕੰਟਰਾਡਿਕਸ਼ਨਸ ਆਈਆਂ, ਕਈ ਇਤਿਹਾਸਕਾਰ ਉਹਨੂੰ ਬਿਆਨ ਨਹੀਂ ਕਰਦੇ, ਜਦ ਕਿ ਉਹ ਸੱਚਾਈ ਹੈ, ਉਸ ਨੂੰ ਦੱਸਣਾ ਬਣਦਾ। ਪ੍ਰੋਬਲਮ ਇਹ ਹੈ ਗੁਰਵਿੰਦਰ ਸਿੰਘ ਜੀ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਜਿਹੜੇ ਪਾਤਰ ਉਹਨਾਂ ਨੂੰ ਜਦੋਂ ਅੱਖਾਂ 'ਤੇ ਚੁੱਕ ਲੈਂਦੇ ਹਾਂ ਜੀ, ਬਹੁਤ ਵੱਡਾ ਬਣਾ ਲੈਂਦੇ ਹਾਂ ਅਸੀਂ, ਕਿ ਇੱਦਾਂ ਜਿਵੇਂ ਸੇਕਰੇਡ ਕਾਉ ਅਸੀਂ ਕਹਿ ਸਕਦੇ ਹਾਂ। ਹਾਂਜੀ। ਕਿ ਅਸੀਂ ਇਹਦੇ ਬਾਰੇ ਕੁਝ ਨੈਗੇਟਿਵ ਗੱਲ ਨਹੀਂ ਕਰਨੀ ਜਾਂ ਉਹਨੂੰ ਬਿਲਕੁਲ ਸਿਰ ਮੱਥੇ 'ਤੇ ਬਿਠਾ ਲਓ, ਉੱਥੇ ਬੜੀ ਦਿੱਕਤ ਹੁੰਦੀ ਹੈ। ਅਖੀਰ ਉਹ ਸੀਗੇ ਤਾਂ ਇਨਸਾਨ ਹੀ, ਵਿੱਚ ਕਈ ਤਰ੍ਹਾਂ ਦੀਆਂ ਘਾਟਾਂ ਸੀਗੀਆਂ, ਕੰਟਰਾਡਿਕਸ਼ਨਾਂ ਸੀਗੀਆਂ। ਹਾਂਜੀ। ਵਫਾਦਾਰੀਆਂ ਵਿੱਚ ਵੀ ਕਈ ਤਰ੍ਹਾਂ ਦੇ ਖੋਟ ਸੀਗੇ ਜੀ। ਉਹਨਾਂ ਦਾ ਨਿਸ਼ਾਨਾ ਕੀ ਹੈ, ਉਸ ਵਿੱਚ ਵੀ ਖੋਟ ਸੀ ਜੀ। ਸੋ ਜਿਹੜੀ ਗੱਲ ਸੱਚ ਹੈ ਉਹਨੂੰ ਕਹਿਣਾ ਹੀ ਪੈਣਾ। ਹਾਂ। ਸੋ ਜਦੋਂ ਤੱਕ ਅਸੀਂ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲਦੇ, ਭਗਤੀ ਭਾਵ ਚੋਂ, ਉਦੋਂ ਤੱਕ ਦਿੱਕਤਾਂ ਰਹਿਣਗੀਆਂ ਵਾਲੀਆਂ ਜੀ। ਫਿਰ ਜਿਸ ਤਰੀਕੇ ਨਾਲ ਇਹਨਾਂ ਨੂੰ ਲੀਡਰਾਂ ਨੂੰ ਠੋਸਿਆ ਗਿਆ, ਇਹਨਾਂ ਜਿਹੜੇ ਇਸ ਕਿਸਮ ਦੇ ਜਿਹੜੇ ਹਿਸਟੋਰੀਕਲ ਫਿਗਰਸ ਨੂੰ, ਉਹ 'ਚ ਵੀ ਬੜੀ ਦਿੱਕਤ ਹੋਈ ਹੈ। ਬਿਲਕੁਲ। ਜਿਵੇਂ ਸਾਵਰਕਰ ਦੀ ਐਗਜ਼ਾਮਪਲ ਲਓ, ਠੀਕ ਹੈ, ਸਾਵਰਕਰ ਦਾ ਇੱਕ ਸਮੇਂ ਰੋਲ ਸੀਗਾ। 1857 ਦੇ ਗਦਰ ਬਾਰੇ ਉਹਨੇ ਬੜੀ ਵਧੀਆ ਕਿਤਾਬ ਲਿਖੀ ਸੀ, ਜਿਹਦੇ ਪਿੱਛੇ ਉਸ ਨੂੰ ਕਈ ਮੁਸ਼ਕਿਲਾਂ ਵੀ ਆਈਆਂ। ਹਾਂਜੀ। ਬਾਅਦ 'ਚ ਉਹਦਾ ਰੋਲ ਕੀ ਸੀ? ਬਾਅਦ 'ਚ ਤਾਂ ਉਸਨੇ ਪਿੱਠ ਦੇ ਦਿੱਤੀ, ਮਾਫੀਆ ਮੰਗ ਕੇ ਬਾਹਰ ਆ ਗਿਆ, ਗਾਂਧੀ ਕਤਲ ਵਿੱਚ ਵੀ ਸ਼ਾਮਲ ਸੀ। ਦੇਖੋ, ਪਰ ਅੱਜ ਕੋਈ, ਜਿਵੇਂ ਮੈਨੂੰ ਯਾਦ ਹੈ ਕਿ ਮੈਂ ਡਾਕੂਮੈਂਟਰੀ ਕਿਸੇ ਰੈਫਰੈਂਸ ਦੇ ਤੌਰ 'ਤੇ ਵੇਖ ਰਿਹਾ ਸੀ, ਸਾਵਰਕਰ ਬਾਰੇ ਡਾਕੂਮੈਂਟਰੀ ਦੂਰਦਰਸ਼ਨ ਨੇ ਵਿਖਾਈ। ਹਾਂਜੀ। ਉਹ 'ਚ ਉਹਨੂੰ ਬਾਹਰ ਬਹੁਤ ਵੱਡਾ ਨਾਇਕ ਬਣਾ ਕੇ ਪੇਸ਼ ਕੀਤਾ ਗਿਆ। ਉਹ ਛੂਆ-ਛਾਤ ਦੇ ਵੀ ਖਿਲਾਫ ਸੀ, ਬੜਾ ਵਧੀਆ ਇਨਸਾਨ ਸੀ। ਔਰ ਉਸ ਡਾਕੂਮੈਂਟਰੀ ਜਿਹੜੀ ਕਿ ਦੂਰਦਰਸ਼ਨ ਨੇ ਪ੍ਰਸਾਰਿਤ ਕੀਤੀ ਹੈ, ਉਹਦੇ ਵਿੱਚੋਂ ਬਾਕੀ ਸਾਰਾ ਪ੍ਰਸੰਗ ਕੱਢ ਦਿੱਤਾ ਗਿਆ ਕਿ ਉਸਨੇ ਆਜ਼ਾਦੀ ਲੜਾਈ ਨੂੰ ਪਿੱਠ ਕਿਵੇਂ ਦਿੱਤੀ ਆ, ਗਾਂਧੀ ਦੇ ਕਤਲ 'ਚ ਉਸਦੀ ਕਿਸ ਹੱਦ ਤੱਕ ਭੂਮਿਕਾ ਸੀ। ਸੋ ਜਦੋਂ ਅਸੀਂ ਕਿਸੇ ਨੂੰ ਝੂਠਾ ਇੱਕ ਸ਼ਹੀਦ ਜਾਂ ਨਾਇਕ ਬਣਾ ਕੇ ਲੋਕਾਂ ਦੇ ਠੋਸਦੇ ਹਾਂ, ਗੜਬੜ ਉੱਥੇ ਹੁੰਦੀ ਹੈ। ਔਰ ਉਸ ਵਿੱਚ ਸਭ ਤੋਂ ਵੱਡਾ ਕਸੂਰ ਹੁੰਦਾ ਨੇਸ਼ਨ ਸਟੇਟ ਦਾ। ਹਾਂਜੀ। ਹੁਣ ਕੈਨੇਡਾ ਵਿੱਚ ਵੀ ਨੇਸ਼ਨ ਸਟੇਟ ਆ, ਤੁਸੀਂ ਫਰਕ ਵੇਖੋ। ਮੂਲ ਵਾਸੀਆਂ ਨਾਲ ਧੱਕਾ ਹੋਇਆ, ਇੱਥੋਂ ਦੇ ਸਕੂਲੀ ਇਤਿਹਾਸ 'ਚ ਕਦੇ ਨਹੀਂ ਇੱਦਾਂ ਹੋਊਗਾ ਕਿ ਉਸ ਇਤਿਹਾਸ ਨੂੰ ਲੁਕੋਇਆ ਜਾਵੇ, ਉਸ ਨੂੰ ਪੂਰੀ ਦਿਆਨਤਦਾਰੀ ਨਾਲ ਮੰਨਿਆ ਜਾਊਗਾ ਕਿ ਧੱਕਾ ਹੋਇਆ। ਬਿਲਕੁਲ। ਇੰਡੀਆ ਵਿੱਚ ਹੀ ਅਸੀਂ ਪੁੱਠਾ ਗੇੜ ਵੇਖਦੇ,
ਭਾਰਤ ਵਿੱਚ ਹੀ ਇੱਕ ਰਵਾਇਤ ਬਣੀ ਹੋਈ ਹੈ, ਹੂੰ ਜੇ ਕਿਸੇ ਲੀਡਰ ਨੂੰ ਚੱਕ ਲਿਆ ਤੇ ਬਸ ਚੱਕ ਲਿਆ, ਰੱਬ ਹੀ ਬਣਾਤਾ ਉਹਨੂੰ, ਹੂੰ ਉੱਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ। ਸੋ ਉਹ ਬਹੁਤ ਵੱਡੀ ਸਮੱਸਿਆ। ਇੱਕ ਬੜੀ ਦਿਲਚਸਪ ਗੱਲ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਕਿ ਉਹਨਾਂ ਗਦਰੀ ਯੋਧਿਆਂ ਦੀ ਜਿਹੜੀ ਦੇਣ ਹੈ, ਇਤਿਹਾਸ ਹੈ, ਜਾਂ ਉਹਨਾਂ ਤੋਂ ਸੇਧ ਲੈਣ ਦੀ ਗੱਲ ਹੈ, ਉਹਨਾਂ ਨੂੰ ਬਕਾਇਦਾ ਤੌਰ ਤੇ ਆਜ਼ਾਦੀ, ਦੇਸ਼ ਦੀ ਵੰਡ ਹੋ ਗਈ ਜੋ ਕਿ ਉਹਨਾਂ ਦੇ ਸੁਪਨਿਆਂ ਦੇ ਉਲਟ ਸੀ ਜਾਂ ਉਹਨਾਂ ਦੇ ਸਟਰਗਲ ਦੇ ਬਿਲਕੁਲ ਵਿਪਰੀਤ ਸੀ। ਉਸ ਤੋਂ ਬਾਅਦ ਵੀ ਜਿਹੜੀ ਮਾਨਤਾ ਉਹਨਾਂ ਨੂੰ ਨਹੀਂ ਮਿਲੀ, ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ ਵਾਲੀ ਗੱਲ ਹੋਈ। ਸਾਂਭ ਲਈ ਆਜ਼ਾਦੀ ਕਈਆਂ ਨੇ ਹੋਰਾਂ ਨੇ, ਅੱਜ ਕਾਬਜ਼ ਵੀ ਜਿਹੜੇ ਨੇ ਸਾਵਰਕਰ ਪੱਖੀ ਹੋਈ ਨੇ, ਜਾਂ ਉਹ ਲੋਕ ਨੇ ਜਿਹੜੇ ਕਿ ਰਾਸ਼ਟਰਵਾਦੀ ਨੇ ਨਿਰੇ, ਉਹ ਭਗਤੀ ਭਾਵ ਵਾਲੇ ਜਿਹੜੇ ਲੋਕ ਆ, ਉਹਨਾਂ ਨੇ ਗਦਰੀਆਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ। ਕਿਤਾਬਾਂ 'ਚ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ, ਅਜੇ ਤੱਕ ਉਹਨਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ, ਹਾਲਾਂਕਿ ਉਹ ਇਸ ਦੇ ਲਿਖਾਇਕ ਨਹੀਂ। ਪਰ ਸਭ ਤੋਂ ਵੱਡਾ ਅਪਮਾਨ ਉਹਨਾਂ ਦਾ ਇਹ ਹੈ ਕਿ ਜੋ ਹੁਣ ਦੇਸ਼ ਦਾ ਢਾਂਚਾ ਹੈ ਉਹ ਬਿਲਕੁਲ ਉਹਨਾਂ ਦੇ ਖਿਆਲਾਂ ਦੇ ਉਲਟ ਹੈ। ਇਸ 'ਚ ਕੋਈ ਸ਼ੱਕ ਹੀ ਨਹੀਂ ਕਿ ਬਿਲਕੁਲ ਉਹਨਾਂ ਦੇ ਖਿਆਲਾਂ ਦੇ ਉਲਟਾ, ਔਰ ਇਸ ਦੇ ਲਈ ਅੱਜ ਦੀ ਸਰਕਾਰ ਦਾ ਖੁੱਲ੍ਹਮ ਖੁੱਲ੍ਹਾ ਤੌਰ ਤੇ ਉਸ ਪਾਸੇ ਨੂੰ ਜਾ ਰਹੀ ਹੈ ਜਿਹੜੀ ਕਿ ਗਦਰੀਆਂ ਦਾ ਨਿਸ਼ਾਨਾ ਵੀ ਨਹੀਂ ਸੀ। ਜੀ, ਇਹ ਤਾਂ ਬਿਲਕੁਲ ਹੀ ਜਿਹੜਾ ਮੌਜੂਦਾ ਜਿਹੜਾ ਨਿਜ਼ਾਮ ਹੈ ਉਹ ਤਾਂ ਗਦਰੀਆਂ ਦੀ ਸੋਚ ਨਾਲ ਬਿਲਕੁਲ ਦੂਰ ਪਰੇ, ਕੋਈ ਇਸ ਦਾ ਲਗਾ ਤੇਗਾ ਵੀ ਹੈ ਨਹੀਂ। ਜੀ, ਪਰ ਪਿਛਲੀ ਸਰਕਾਰਾਂ ਵੀ ਜਿਹੜੀਆਂ ਕੋਈ ਦੁੱਧ ਧੋਤੀਆਂ ਨਹੀਂ ਸੀਗੀਆਂ। 84 ਦਾ ਕਤਲੇਆਮ ਕਾਂਗਰਸ ਵੇਲੇ ਹੋਇਆ ਸੀ, ਹਾਂ, ਔਰ ਕਾਂਗਰਸ ਨੇ ਹਮੇਸ਼ਾ ਇਹੀ ਪ੍ਰਚਾਰਿਆ ਕਿ ਅਸੀਂ ਤਾਂ ਲਹੂ ਡੋਲੇ ਬਿਨਾਂ ਆਜ਼ਾਦੀ ਲੈ ਕੇ ਆਏ ਹਾਂ। ਹਾਂ, ਇਸ ਗੱਲ ਨੂੰ ਲੈ ਕੇ ਬਾਬਾ ਭਕਨੇ ਦੀ ਨਹਿਰੂ ਨਾਲ ਬਹਿਸ ਵੀ ਹੋਈ ਸੀ। ਹਾਂਜੀ, ਬਕਾਇਦਾ ਇੱਕ ਫੋਟੋ ਹੈ, ਡਾਕੂਮੈਂਟ ਹੋਈ ਹੈ, ਜਿਸ ਵਿੱਚ ਉਹ ਉਂਗਲ ਕਰਕੇ ਗੱਲ ਕਰ ਰਹੇ ਉਹਦੇ ਨਾਲ, ਹਾਂ, ਅਹਿਸਾਸ ਕਰਾ ਰਹੇ ਕਿ ਤੁਸੀਂ ਪੰਡਤ ਜੀ ਕਿਵੇਂ ਕਹਿਤਾ ਕਿ ਆਜ਼ਾਦੀ ਜਿਹੜੀ ਲੈ ਕੇ ਆਏ ਆ ਬਿਨਾਂ ਖੂਨ ਡੋਲਿਆਂ। ਹਾਂ, ਸਾਡੇ ਇਨਕਲਾਬ ਦਾ ਖੂਨ ਲਹੂ ਡੁਲਵਾਂ ਇਤਿਹਾਸ ਸੀਗਾ, ਉਸ ਤੋਂ ਤੁਸੀਂ ਕਿਵੇਂ ਉਸ ਤੇ ਪੋਚਾ ਫੇਰਦਾ। ਬਿਲਕੁਲ। ਸੋ ਇਹ ਜਿਹੜੀ ਹੈ ਇੱਕ ਨਾਇਨਸਾਫੀ ਹੋਈ ਹੈ ਗਦਰ ਇਤਿਹਾਸ ਦੇ ਨਾਲ। ਜੀ, ਮੈਂ ਖੁਦ ਇਸ ਗੱਲ ਦੀ ਗਵਾਹੀ ਦੇ ਸਕਦਾ ਕਿ ਮੈਂ ਤਾਂ ਸਕੂਲਾਂ 'ਚ ਮੇਵਾ ਸਿੰਘ ਬਾਰੇ ਨਹੀਂ ਸੀ ਪੜ੍ਹਿਆ, ਹਾਲਾਂਕਿ ਬੰਦਾ ਅੰਮ੍ਰਿਤਸਰ ਸੀਗਾ, ਲੋਪੋ ਕੇ ਘਰ ਦੇ ਕੋਲ ਸੀ। ਇੱਥੇ ਆ ਕੇ ਮੇਵਾ ਸਿੰਘ ਬਾਰੇ ਜਾਣਿਆ, ਫਿਰ ਲਾਲਸਾ ਪੈਦਾ ਹੋਈ ਜਦੋਂ ਮੈਂ ਵਾਪਸ ਗਿਆ ਭਾਰਤ, ਮੈਂ ਲੋਪੋ ਕੇ ਸਮਾਂ ਕੱਢ ਕੇ ਗਿਆ ਕਿ ਮੇਵਾ ਸਿੰਘ ਦਾ ਪਿੰਡ ਵੇਖ ਕੇ ਆਵਾਂ। ਜੀ, ਸੋ ਕਿਉਂਕਿ ਜਦੋਂ ਉੱਥੇ ਇਤਿਹਾਸ ਇੱਕੋ ਹੀ ਪ੍ਰਚਾਰਿਆ ਗਿਆ ਹਾਂ, ਕਿ ਆਜ਼ਾਦੀ ਇਹ ਲੈ ਕੇ ਆਏ ਬਿਨਾਂ ਲਹੂ ਡੋਲਿਆਂ, ਗਾਂਧੀ ਜੀ ਲੈ ਕੇ ਆਏ, ਨਹਿਰੂ ਲੈ ਕੇ ਆਇਆ, ਠੀਕ ਹੈ ਉਹਨਾਂ ਦਾ ਰੋਲ ਸੀਗਾ, ਪਰ ਜਿਨ੍ਹਾਂ ਲੋਕਾਂ ਨੇ ਫਾਂਸੀਆਂ ਦੇ ਰਸਤੇ ਚੁੰਮੇ, ਬਿਲਕੁਲ ਹਥਿਆਰਬੰਦ ਲੜਾਈ ਲੜੀ, ਜ਼ਮੀਨਾਂ ਕੁਰਕਰਾ ਲਈਆਂ, ਜਿਨ੍ਹਾਂ ਦੀਆਂ ਬੀਵੀਆਂ ਵਿਧਵਾ ਹੋ ਗਈਆਂ, ਉਹਨਾਂ ਦੀ ਗੱਲ ਕੌਣ ਕਰੂਗਾ। ਜੀ, ਸੋ ਇਹ ਮਤਲਬ ਜਦੋਂ ਅਸੀਂ ਇਹ ਵੇਖਦੇ ਹਾਂ ਫਿਰ ਉਦੋਂ ਤਕਲੀਫ ਬਹੁਤ ਹੁੰਦੀ। ਜੀ, ਜੀ। ਬੰਤਾ ਸਿੰਘ ਸਰਪਾਲ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਹੈ, ਮੈਨੂੰ ਯਾਦ ਹੈ ਕਿ ਉਹ ਕੈਨੇਡਾ ਆਏ, ਬੀਬੀ ਜੀ ਉਹਨਾਂ ਨੇ ਆ ਕੇ ਇੱਕ ਜ਼ਿਕਰ ਕੀਤਾ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਮੈਂਬਰ ਦੇ ਤੌਰ ਤੇ ਗਦਰੀ ਪਰਿਵਾਰਾਂ ਨੂੰ ਬਣਾਇਆ ਜਾਂਦਾ ਮੈਂਬਰ। ਉਹ ਖੁਦ ਜਿਹੜੀ ਐਜੂਕੇਸ਼ਨ ਨਾਲ ਸੰਬੰਧਿਤ ਇਸਤਰੀ ਹੈ, ਸਤਕਾਰਤ ਨੇ, PhD ਕੀਤੀ ਉਹਨੇ ਗਦਰ ਦੇ ਇਤਿਹਾਸ ਬਾਰੇ। ਉਹ ਕਹਿੰਦੇ ਮੈਂ ਕਿਉਂਕਿ ਪਿਛੋਕੜ ਦੇ ਵਿੱਚ ਮੇਰੀ ਆਸਥਾ ਜਿਹੜੀ ਸੀ ਉਹ ਆਪਣੀ ਨਿੱਜੀ ਤੌਰ ਤੇ ਧਾਰਮਿਕ ਹੈ ਤੇ ਅਸੀਂ ਸਤਿਕਾਰ ਕਰਦੇ ਹਾਂ, ਪਰ ਜਦੋਂ ਸਾਨੂੰ ਉੱਥੇ ਮੈਂਬਰ ਬਣਾਉਣ ਦੇ ਵਾਸਤੇ ਗਦਰ ਯਾਦਗਾਰੀ ਅਦਾਰੇ ਦੇ ਵਿੱਚ ਰੱਖਣ ਦੇ ਵਾਸਤੇ ਬੇਨਤੀ ਕੀਤੀ ਗਈ, ਮੈਂ ਬੇਨਤੀ ਕੀਤੀ ਪਰ ਮੇਰੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਮੈਂ ਕਈ ਵਾਰੀ ਦੇਖਦਾ ਕਿ ਗਦਰ ਯਾਦਗਾਰੀ ਕਮੇਟੀ ਵੀ ਬਣੀ ਜਿਨ੍ਹਾਂ ਦੇ ਵਿੱਚ ਬਾਬਾ ਭਕਨਾ ਵੀ ਅਗਵਾਈ ਕਰਦੇ ਰਹੇ, ਬਾਅਦ ਦੇ ਵਿੱਚ ਬਹੁਤ ਸਾਰੇ ਹੋਰ ਆ, ਫਿਰ ਦੇਸ਼ ਭਗਤ ਯਾਦਗਾਰ ਹਾਲ ਵੀ ਬਣਿਆ, ਗਦਰ ਦੇ ਨਾਂ 'ਤੇ ਸੰਸਥਾਵਾਂ ਵੀ ਖੜੀਆਂ ਕੀਤੀਆਂ, ਪਰ ਉਹਨਾਂ ਦੀ ਜਿਹੜੀ ਕਬਜ਼ੇ ਵਾਲੀ ਸੋਚ ਹੈ ਉਹ ਵੀ ਕਿਸੇ ਖਾਸ ਵਿਧੀ ਵਿਧਾਨ ਅਤੇ ਖਾਸ ਇੱਕ ਰਾਜਨੀਤਿਕ ਏਜੰਡੇ ਤੋਂ ਪ੍ਰੇਰਿਤ ਹੈ। ਇਹ ਜਿਹੜੀ ਸੋਚ ਹੈ ਜਿਵੇਂ ਗਦਰੀਆਂ ਦੀ ਸਰਬਪੱਖੀ ਸੀ, ਸਾਰੇ ਜਾਣੇ ਅਲੱਗ-ਅਲੱਗ ਆਸਥਾ ਵਾਲੇ ਉਸ ਦੇ ਵਿੱਚ ਸ਼ਾਮਲ ਸਨ, ਇਹ ਕਿਉਂ ਨਹੀਂ? ਇਹਨਾਂ ਨੂੰ ਚਾਹੀਦਾ ਕਿ ਵਿਸਾਖਾ ਸਿੰਘ ਦਦੇਹਰ, ਹਾਂਜੀ, ਤੇ ਜਵਾਲਾ ਸਿੰਘ ਠੱਠੀਆਂ, ਹਾਂਜੀ, ਉਹਨਾਂ ਦੇ ਮਿੱਤਰਚਾਰੇ ਤੋਂ ਕੁਝ ਸਿੱਖ ਲੈਣ। ਦੋਨੇ ਗੂੜੇ ਮਿੱਤਰ ਸੀ ਜੀ। ਜਵਾਲਾ ਸਿੰਘ ਠੱਠੀਆਂ ਦੀ ਧਰਮ 'ਚ ਕੋਈ ਆਸਥਾ ਨਹੀਂ ਸੀ, ਹਾਂਜੀ, ਵਿਸਾਖਾ ਸਿੰਘ ਜੀ ਪੱਕੇ ਵਿਸ਼ਵਾਸੀ ਸਿੱਖ ਸੀਗੇ। ਹਾਂਜੀ, ਇੱਕ ਦੌਰ ਇਹੋ ਜਿਹਾ ਆਇਆ ਕਿ ਉਹਨਾਂ ਦੀ ਸਿਹਤ ਵਿਗੜ ਰਹੀ ਸੀ ਜਦੋਂ ਜੇਲ੍ਹ ਦੇ ਵਿੱਚ, ਤਾਂ ਡਾਕਟਰਾਂ ਨੇ ਤਜਵੀਜ਼ ਦਿੱਤੀ ਕਿ ਇਹਨਾਂ ਨੂੰ ਜਿਹੜਾ ਹੈ ਮੱਛੀ ਦੀ ਤਰੀ ਲੈਣੀ ਚਾਹੀਦੀ ਹੈ। ਜੀ, ਧਰਮ ਵੱਡੀ ਰੁਕਾਵਟ ਸੀ। ਜਵਾਲਾ ਸਿੰਘ ਨੇ ਮਿੱਤਰਚਾਰੇ ਵਿੱਚ ਸਮਝਾ ਕੇ ਮਨਾ ਕੇ ਉਹਨਾਂ ਨੂੰ ਕਿਹਾ ਕਿ ਸਿਹਤ ਜ਼ਰੂਰੀ ਹੈ, ਸਾਡੀ ਲੜਾਈ ਬਹੁਤ ਲੰਮੀ ਹੈ। ਉਹਨਾਂ ਨੇ ਮੱਛੀ ਦੀ ਤਰੀ ਦਾ ਸੇਵਨ ਕੀਤਾ ਉਹਨਾਂ ਨੇ। ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਮੁੱਖ ਨਿਸ਼ਾਨਾ ਇਹ ਰੱਖਿਆ ਕਿ ਸਾਡਾ ਸਾਂਝਾ ਦੁਸ਼ਮਣ ਕੌਣ ਆ, ਅਸੀਂ ਫਾਸ਼ੀਵਾਦ ਦੇ ਖਿਲਾਫ, ਬਸਤੀਵਾਦ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜਾਈ ਲੜ ਰਹੇ ਹਾਂ। ਜੀ, ਧਰਮ ਤੁਹਾਡਾ ਹੈ ਨਹੀਂ ਹੈ ਇਹ ਤੁਹਾਡਾ ਨਿੱਜੀ ਮਸਲਾ, ਪਰ ਇੱਕ ਸਾਂਝੇ ਮਕਸਦ ਲਈ ਜਦੋਂ ਲੜ ਰਹੇ ਸੀ ਤਾਂ ਉੱਥੇ ਉਹ ਇਕੱਠੇ ਸੀ, ਕਾਮਨ ਗਰਾਊਂਡ ਤੇ ਲੜਨਾ ਉਹਨਾਂ ਨੂੰ ਆਉਂਦਾ ਸੀ। ਜੀ, ਉਹ ਸੋਝੀ ਇਹਨਾਂ ਲੋਕਾਂ 'ਚ ਹੈ ਨਹੀਂ, ਜਿਹੜੇ ਕਹਿਣ ਨੂੰ ਗਦਰੀਆਂ ਦੇ ਵਾਰਸ ਕਹਾਉਂਦੇ ਆ। ਜੀ, ਉਹਨਾਂ ਦੀ ਸੋਚ ਤੋਂ ਨਾਲ ਉਹਨਾਂ ਨੇ ਕੋਈ ਨਾ ਤਾਂ ਪ੍ਰੇਰਨਾ ਲਈ ਹੈ, ਨਾ ਉਹਨਾਂ ਦੇ ਰਾਹਾਂ ਤੇ ਚੱਲ ਰਹੇ। ਜੀ, ਸੋ ਇਹ ਜਿਹੜੀ ਬਹੁਤ ਸੌੜੀ ਸੋਚ ਹੈ। ਜੇ ਤੁਹਾਡੇ ਆਪਣੇ ਚੁਗਿਰਦੇ ਦੇ ਵਿੱਚ ਕੁਝ ਵਿਸ਼ਵਾਸੀ ਸਿੱਖ ਵੀ ਨੇ, ਮੁਸਲਮਾਨ ਵੀ ਨੇ, ਜੀ, ਤੇ ਉਹ ਵੀ ਤੁਹਾਡੇ ਮਿੱਤਰ ਨੇ,
ਬਸ਼ਰਤੇ ਉਹ ਵੀ ਤੁਹਾਡੇ ਨਾਲ ਖੜ ਕੇ ਜ਼ੁਲਮ ਨਾਲ ਲੜਾਈ ਲੜਨ। ਜੀ ਪਰ ਹੋ ਇਹ ਰਿਹਾ ਕਿ ਹਰ ਇੱਕ ਕੋਈ ਕਹਿੰਦਾ ਜੀ ਸਾਡੀ ਜਿਹੜੀ ਵਿਚਾਰਧਾਰਾ ਹੈ ਉਹ ਜਿਹੜੀ ਹੈ ਭਾਰੂ ਰਹਿਣੀ ਚਾਹੀਦੀ ਹੈ। ਜੀ ਸੋ ਵਿਚਾਰਧਾਰਾ ਦੇ ਨਾਂ 'ਤੇ ਇੱਕ ਵੱਖਰੇ ਕਿਸਮ ਦੀ ਹਉਮੈ ਅਸੀਂ ਵੇਖ ਰਹੇ ਹਾਂ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਗੁਰਪ੍ਰੀਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਗਦਰ ਲਹਿਰ ਦੇ ਇਤਿਹਾਸ ਬਾਰੇ, 1 ਨਵੰਬਰ ਦੇ ਇਤਿਹਾਸ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਹਾਰਦਿਕ ਸ਼ੁਕਰੀਆ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ ਮੰਚ ਮੁਹੱਈਆ ਕਰਨ ਲਈ। ਧੰਨਵਾਦ ਜੀ। ਇਸ ਦੇ ਨਾਲ ਹੀ ਅਖੀਰ 'ਚ ਕਿ ਗਦਰ ਲਹਿਰ ਜਿਹੜੀ ਕਿ ਇੱਕ ਮਹਾਨ ਲਹਿਰ ਹੋਈ ਹੈ, ਜਿਸ ਦੇ ਸੰਦਰਭ ਦੇ ਵਿੱਚ ਸਾਨੂੰ ਵਿਚਾਰਨਾ ਚਾਹੀਦਾ ਕਿ ਗਦਰੀ ਯੋਧਿਆਂ ਦੀਆਂ ਕੁਰਬਾਨੀਆਂ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਨੇ। ਹਾਲਾਂਕਿ ਉਹਨਾਂ ਨੂੰ ਕਿਸੇ ਮਾਨਤਾ ਦੀ ਲੋੜ ਨਹੀਂ ਹੈ। ਉਹਨਾਂ ਨੇ ਜੋ ਕੁਝ ਕੀਤਾ ਹੈ ਉਹ ਆਪਣੀ ਰੂਹ ਤੋਂ ਕੀਤਾ ਹੈ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੋਂ ਜਾ ਕੇ ਜਿਸ ਤਰ੍ਹਾਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕੀਤਾ, 1 ਨਵੰਬਰ 1913 ਨੂੰ ਗਦਰ ਅਖਬਾਰ ਦਾ ਆਰੰਭ ਹੋਣਾ ਅਤੇ ਉਸ ਅਖਬਾਰ ਦੇ ਰਾਹੀਂ ਜੋ ਮਹਾਨ ਇਤਿਹਾਸਕ ਚੇਤਨਾ ਪੈਦਾ ਕੀਤੀ ਗਈ, ਇਸੇ ਕਾਰਨ ਹੀ ਇਸ ਲਹਿਰ ਦਾ ਨਾਂ ਵੀ ਗਦਰ ਲਹਿਰ ਬਣ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਰਮ ਸਿੰਘ ਬੱਬਰ, ਜਿਹੜੇ ਕਿ ਬੱਬਰ ਅਕਾਲੀ ਦੁਆਬਾ ਅਖਬਾਰ ਕੱਢਦੇ ਸਨ, ਅਤੇ ਬਾਅਦ ਦੇ ਵਿੱਚ ਜਿਹੜਾ ਚੱਕਰਵਰਤੀ ਜਥਾ ਸੀ ਉਸ ਦਾ ਨਾਂ ਵੀ ਬੱਬਰ ਅਕਾਲੀ ਲਹਿਰ ਦੇ ਤੌਰ 'ਤੇ ਪ੍ਰਚਲਿਤ ਹੋ ਗਿਆ। ਸੋ ਇਹਨਾਂ ਯੋਧਿਆਂ ਦੀ ਜਿਹੜੀ ਦੇਣ ਹੈ ਉਸ ਨੂੰ ਅੱਜ ਯਾਦ ਕਰਨਾ ਬਣਦਾ ਹੈ। ਪਰ ਉਸ ਤੋਂ ਵੱਡੀ ਗੱਲ ਹੈ ਕਿ ਅੱਜ ਜੋ ਕੁਝ ਵਾਪਰ ਰਿਹਾ ਉਹਨਾਂ ਦੀ ਸੋਚ ਦੇ ਬਿਲਕੁਲ ਉਲਟ ਹੈ। ਬਿਲਕੁਲ ਜਿਹੜੀਆਂ ਗੱਲਾਂ ਅੱਜ ਇਸ ਸੰਦਰਭ ਦੇ ਵਿੱਚ ਹੋਈਆਂ ਕਿ ਅਸੀਂ ਅੱਜ ਦੀ ਪ੍ਰਸੰਗਿਕਤਾ ਇਹਨਾਂ ਯੋਧਿਆਂ ਦੀ ਦੇਖੀਏ ਤਾਂ ਉਹ ਫਾਸ਼ੀਵਾਦ ਦੇ ਖਿਲਾਫ ਸਨ, ਨਸਲਵਾਦ ਦੇ ਖਿਲਾਫ ਸਨ, ਬਸਤੀਵਾਦ ਦੇ ਖਿਲਾਫ ਸਨ। ਪਰ ਅੱਜ ਇਹ ਸਾਰਾ ਕੁਝ ਪਸਾਰਾ ਹੈ ਜਿਨ੍ਹਾਂ ਸਵਰਕਰ ਪੱਖੀ ਲੋਕਾਂ ਨੇ ਦੇਸ਼ ਨੂੰ ਪਿੱਠ ਦਿਖਾਈ, ਆਜ਼ਾਦੀ ਦੇ ਨਾਲ ਗੱਦਾਰੀ ਕੀਤੀ, ਉਹਨਾਂ ਲੋਕਾਂ ਦਾ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ। ਗਦਰੀਆਂ ਦਾ ਇਤਿਹਾਸ ਖਤਮ ਕੀਤਾ ਜਾ ਰਿਹਾ ਹੈ, ਇਤਿਹਾਸ ਦਾ ਭਗਵਾਂਕਰਨ ਹੋ ਰਿਹਾ ਹੈ। ਇਹ ਰਾਜਨੀਤਿਕ ਪਾਰਟੀਆਂ, ਚਾਹੇ ਕਾਂਗਰਸ, BJP ਜਾਂ ਇਹ ਕਾਬਜ਼ ਧਿਰਾਂ ਜਿਹੜੀਆਂ ਨੇ, ਜਿਹੜਾ ਰਾਸ਼ਟਰਵਾਦੀ ਏਜੰਡਾ, ਜਿਹੜਾ ਸੰਘੀ ਕੋੜਮਾ ਹੈ, ਕਿਸ ਤਰੀਕੇ ਨਾਲ ਤਿਆਰ ਕਰ ਰਿਹਾ, ਅੱਜ ਸਾਨੂੰ ਜਾਗਰੂਕ ਹੋਣਾ ਪੈਣਾ। ਅਤੇ ਉਹ ਸੰਸਥਾਵਾਂ ਜਿਹੜੀਆਂ ਕਿ ਗਦਰ ਲਹਿਰ ਦੀਆਂ ਮੋਢੀ ਸੰਸਥਾਵਾਂ ਅਖਵਾਉਂਦੀਆਂ ਨੇ, ਜਾਂ ਉਹ ਗੁਰਦੁਆਰੇ ਜਿਹੜੇ ਗਦਰੀਆਂ ਦੇ ਉਸ ਉਪਾਸਨਾ ਦੇ ਵਿੱਚੋਂ ਪੈਦਾ ਹੋਏ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਰਸਤਾ ਦਿੱਤਾ, ਉਹ ਗੁਰਦੁਆਰਿਆਂ ਦੇ ਉੱਪਰ ਵੀ ਜਿਹੜੇ ਕਾਬਜ਼ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਕਿ ਗਦਰੀਆਂ ਦੀ ਸੋਚ ਕੀ ਸੀ ਅਤੇ ਅੱਜ ਸਾਡੀ ਸੋਚ ਕੀ ਹੈ। ਸੋ ਇਸੇ ਤੋਂ ਸੇਧ ਲੈ ਕੇ ਹੀ ਅਸੀਂ ਗਦਰ ਲਹਿਰ ਦੇ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ। ਬਹੁਤ ਸ਼ੁਕਰੀਆ। 7 ਸਟਾਰ ਰੀਅਲ estate ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਕਿਸੇ ਵੀ ਸਮੇਂ ਸਰੀ, ਐਬਸਫੋਰਡ, ਚਿਲਾਵੈਕ, ਮਿਸ਼ਨ, ਲੈਂਗਲੀ, ਡੈਲਟਾ ਜਾਂ ਲੋਅਰ ਮੇਨਲੈਂਡ ਸਮੇਤ ਕਿਧਰੇ ਵੀ ਕੁਝ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਹਮੇਸ਼ਾ ਯਾਦ ਰੱਖੋ ਗੁਰਵਿੰਦਰ ਸਿੰਘ, ਪਲੈਨਟ ਗਰੁੱਪ ਰਿਐਲਟੀ। ਫੋਨ ਨੰਬਰ 6048251550, 604 825 1550।